ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਐਸੇ ਕਾਹੇ ਭੂਲ ਪਰੇ, ਕਰਹਿ ਕਰਾਵਹਿ ਮੂਕਰ ਪਾਵਹਿ। ਪੇਖਤ ਸੁਨਤ ਸਦਾ ਸੰਗ ਹਰੇ, ਐਸੀ ਕਾਹੇ ਭੂਲ ਪਰੇ। ਕਰਹਿ ਕਰਾਵਹਿ ਮੂਕਰ ਪਾਵਹਿ। ਪੇਖਤ ਸੁਣਤ ਸਦਾ ਸੰਗ ਹਰੇ, ਰਹਾਉ ਕਾਜ ਬਿਹਾਜਨ ਕੰਚਨ ਛਾਡਣ। ਬੈਰੀ ਸੰਗ ਹੇਤੁ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨਹੋਵਨ ਮੀਠਾ, ਬਿਹਿਆ ਮਹਿ ਲਪਟਾਏ ਜਰੇ। ਅੰਧ ਕੂਪ ਮਹਿ ਪਰਿਉ ਪਰਾਨੀ, ਭਰਮ ਗੁਬਾਰ ਮੋਹ ਬੰਦ ਪਰੇ। ਕਹੋ ਨਾਨਕ ਪ੍ਰਭ ਹੋਤ ਦਇਆਰਾ, ਗੁਰ ਭੇਟਾ ਕਾਢੈ ਬਾਹ ਫਰੇ। ਅੰਧ ਕੂਪ ਮਹਿ ਪਰਿਉ ਪਰਾਨੀ, ਭਰਮ ਗੁਬਾਰ ਮੋਹ ਬੰਦ ਪਰੇ। ਕਹੋ ਨਾਨਕ ਪ੍ਰਭ ਹੋਤ ਦਇਆਰਾ, ਗੁਰ ਭੇਟਾ ਕਾਢੈ ਬਾਹ ਫਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ। ਜਾਹਰਾ ਜਹੂਰ ਹਾਜ਼ਰਾ ਹਜੂਰ, ਚਵਰ ਛਤਰ ਤਖਤ ਦੇ ਮਾਲਕ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਨਗੀ ਗੋਦ ਅੰਦਰ ਸੁਭਾਈਮਾਨ। ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰੂ ਕੀਆਂ ਪਿਆਰੀਆਂ ਸਿੱਖ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰੇ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸੇਵਕਾਂ ਦੀਆਂ ਬੇਨਤੀਆਂ ਸੁਣ ਕਰਕੇ ਜੋ ਅੱਜ ਦੇ ਦਿਹਾੜੇ ਸਾਡੇ 'ਤੇ ਕਿਰਪਾਲਤਾ ਕੀਤੀ ਹੈ, ਜੋ ਅੰਮ੍ਰਿਤ ਵੇਲੇ ਆਪਣੇ ਪਾਵਨ ਸਿੰਘਾਸਨਾਂ 'ਤੇ ਸੁਭਾਈਮਾਨ ਹੋ ਕਰਕੇ ਪਵਿੱਤਰ ਉਪਦੇਸ਼ ਹੁਕਮਨਾਮੇ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਆਓ ਜੋ ਕਿਰਪਾਲੂ ਸਤਿਗੁਰੂ ਸਾਹਿਬ ਸਾਡੇ 'ਤੇ ਦਇਆ ਕਰ ਰਹੇ ਨੇ, ਰਹਿਮਤ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਨੇ। ਕਿਰਪਾਲੂ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ। ਇਹ ਜਿਹੜਾ ਮਨ ਹੈ ਇਹ ਪਰਮੇਸ਼ਰ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ। ਵਾਰ-ਵਾਰ ਸਾਡਾ ਸੁਭਾਅ ਹੈ ਕਿ ਅਸੀਂ ਭੁੱਲਦੇ ਜਾਂਦੇ ਹਾਂ। ਇਹ ਮਨ ਵਾਰ-ਵਾਰ ਅਵੱਗਿਆ ਕਰਦਾ ਹੈ, ਬੇਮਰਿਆਦਾ ਹੋ ਕਰਕੇ ਸੰਸਾਰ 'ਤੇ ਭੜਕਦਾ ਫਿਰਦਾ ਹੈ। ਸਾਨੂੰ ਇਵੇਂ ਲੱਗਦਾ ਹੈ ਕਿ ਇਹ ਮਨ ਦੇ ਮਾਰੇ ਹੋਏ, ਮੋਹ ਦੇ ਮਾਰੇ ਹੋਏ ਹੀ
ਇਹ ਜਿਹੜੇ ਜੀਵ ਹਨ ਸੰਸਾਰ ਦੇ ਆਵਾਗਾਉਣ 'ਚ ਪਏ ਹੋਏ ਨੇ। ਗੁਰਦੇਵ ਕਿਰਪਾ ਕਰੋ। ਕਾਰਨ ਤੇ ਇਹਦਾ ਸਮਾਧਾਨ, ਜਿਵੇਂ ਕੋਈ ਮਰੀਜ਼ ਵੈਦ ਦੇ ਪਾਸ ਜਾ ਕਰਕੇ, ਕੋਈ ਰੋਗੀ ਜਾ ਕੇ ਆਪਣੀ ਵੇਦਨਤਾ ਹੀ ਦੱਸਦਾ, ਮੈਨੂੰ ਆਹ ਬਿਮਾਰੀ ਹੈ ਜੀ, ਆਹ ਰੋਗ ਹੈ। ਤੇ ਜਿਹੜਾ ਸਿਆਣਾ ਵੈਦ ਹੈ, ਚੰਗਾ ਵੈਦ ਹੈ, ਉਹਦੀ ਨਬਜ਼ ਪਕੜ ਕਰਕੇ ਉਹਦੇ ਸਾਰੇ ਹੀ ਰੋਗ ਦੱਸ ਦਿੰਦਾ। ਕਹਿੰਦਾ ਭਾਈ ਤੈਨੂੰ ਆਹ ਬਿਮਾਰੀਆਂ ਹਨ। ਤੇ ਸਿਆਣੇ ਤੇ ਪੂਰੇ ਵੈਦ ਦੀ ਕਥਾ ਇਹ ਹੈ ਕਿ ਉਹ ਨਾਲ ਬਿਮਾਰੀ ਵੀ ਦੱਸਦਾ ਹੈ ਤੇ ਨਾਲ ਦਵਾਈ ਵੀ ਦਿੰਦਾ। ਇਵੇਂ ਸਤਿਗੁਰੂ ਪੂਰਾ ਵੈਦ ਹੈ। ਸਤਿਗੁਰੂ ਸਾਹਿਬ ਜੀ ਪੂਰੇ ਵੈਦ ਹਨ। ਪਹਿਲਾਂ ਤੇ ਰੋਗ ਦੱਸਣਗੇ ਤੇ ਨਾਲ ਹੀ ਉਹਦਾ ਸਮਾਧਾਨ ਵੀ ਆਪ ਕਿਰਪਾ ਕਰਕੇ ਦੱਸਣਗੇ, ਜਿਵੇਂ ਕਿਰਪਾ ਕਰ ਰਹੇ ਹਨ। ਐਸੇ ਕਾਹੇ ਭੂਲ ਪਰੇ, ਕਹਿੰਦੇ ਹੈ ਭਾਈ ਐਸੇ ਇਸ ਤਰੀਕੇ ਦੇ ਨਾਲ ਕਾਹੇ ਕਾਤੋਂ ਭਾਈ ਭੁੱਲ ਰਹੇ ਹੋ ਸੰਸਾਰ ਦੇ ਜੀਵੋ। ਕਰਹਿ ਕਰਾਵਹਿ ਮੂਕਰ ਪਾਵਹਿ, ਕੀ ਸੁਭਾਅ ਬਣਿਆ ਹੋਇਆ ਹੈ। ਔਗਣਾ ਨੂੰ ਕਰਦਾ ਹੋਇਆ ਜੀਵ ਔਗਣ ਕਰਦਾ ਹੈ ਤਾਂ ਬਾਅਦ ਚ ਮੁੱਕਰ ਜਾਂਦਾ ਹੈ, ਮੈਂ ਨਹੀਂ ਕੀਤਾ, ਇਹ ਕਰਮ ਤੇ ਮੈਂ ਕੀਤਾ ਹੀ ਨਹੀਂ। ਇਹੋ ਜਿਹੀ ਅਵਸਥਾ ਬਣੀ ਹੋਈ। ਜਿਵੇਂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਸਮੇਂ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਭਾਏਮਾਨ ਹਨ। ਤੇ ਸਤਿਗੁਰੂ ਸਾਹਿਬ ਜੀ ਦੇ ਪਾਸ ਭਾਈ ਸੁਥਰੇ ਜੀ ਦੀ ਆਪਾਂ ਕਥਾ ਪੜ੍ਹਦੇ ਹਾਂ। ਸੰਗਤਾਂ 'ਚ ਰਹਿਣਾ, ਸੇਵਾ ਕਰਨੀ। ਪਤਾ ਨਹੀਂ ਭਾਈ ਸੁਥਰਾ ਜੀ ਦੇ ਕੀ ਮਨ 'ਚ ਆਇਆ, ਜਿੰਨੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਵਾਈ ਨੇ ਉਹਨਾਂ ਪਾਸਿਓਂ ਮਠਿਆਈਆਂ ਖਾਈ ਜਾਣੀਆਂ ਤੇ ਖਾਤੇ 'ਚ ਲਿਖਾਈ ਜਾਣੀ। ਮਠਿਆਈਆਂ ਖਾਣੀਆਂ, ਮਾਇਆ ਕੋਈ ਦੇਣੀ ਨਾ, ਤੇ ਕਹਿਣਾ ਭਾਈ ਲਿਖ ਲਿਓ। ਇੱਕ ਦਿਨ ਹਲਵਾਈ ਕਹਿੰਦੇ ਕਿ ਸਾਡੇ ਭਾਈ ਜਿਹੜਾ ਕਰਜ਼ਾ ਏ, ਜਿਹੜੇ ਮਠਿਆਈਆਂ ਖਾਧੀਆਂ ਨੇ, ਇਹ ਕਰਜ਼ਾ ਸਾਡਾ ਲਾਹ ਦੇਵੋ, ਸਾਡੇ ਪੈਸੇ ਦੇ ਦੇਵੋ। ਕਹਿੰਦੇ ਕਾਹਦੇ ਪੈਸੇ? ਕਹਿੰਦੇ ਤੁਸੀਂ ਮਠਿਆਈਆਂ ਖਾਧੀਆਂ ਜੀ। ਕਹਿਣ ਲੱਗੇ ਜੀ ਅਸੀਂ ਤੇ ਖਾਧਾ ਹੀ ਕੱਖ ਨਹੀਂ, ਕੋਈ ਸਬੂਤ ਹੈ ਤੇ ਵਿਖਾਲ ਦਿਓ, ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲਿਆ। ਸ਼ਿਕਾਇਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਹਲਵਾਈ ਨੇ ਕੀਤੀ। ਮਹਾਰਾਜ ਆਪ ਜੀ ਦਾ ਭਾਈ ਸੁਥਰਾ ਮਠਿਆਈਆਂ ਖਾ ਗਿਆ ਮੁਫਤ ਤੇ ਹੁਣ ਮਾਇਆ ਨਹੀਂ ਦਿੰਦਾ। ਗੁਰਦੇਵ ਜੀ ਨੇ ਸੱਦ ਲਿਆ, ਕਹਿਣ ਲੱਗੇ ਭਾਈ ਸੁਥਰਿਆ ਤੂੰ ਮਠਿਆਈ ਖਾਧੀ, ਮਹਾਰਾਜ ਤੁਹਾਡੇ ਕੋਲੋਂ ਕੋਈ ਝੂਠ ਨਹੀਂ ਖਾਧੀ। ਫਿਰ ਭਾਈ ਸੁਥਰਿਆ ਇਹਨਾਂ ਦੇ ਪੈਸੇ ਨਹੀਂ ਦਿੰਦਾ। ਕਹਿੰਦੇ ਮਹਾਰਾਜ ਇਹਨਾਂ ਕੋਲ ਸਬੂਤ ਕੀ ਹੈ ਕਿ ਮੈਂ ਇਹਨਾਂ ਕੋਲੋਂ ਖਾਧਾ? ਤੁਸੀਂ ਇਹ ਪੁੱਛਿਆ ਮਠਿਆਈਆਂ ਖਾਧੀਆਂ, ਪਰ ਇਹਦੇ ਕੋਲੋਂ ਕੀ ਸਬੂਤ ਹੈ ਮੈਂ ਇਹਦੀਆਂ ਖਾਧੀਆਂ ਨੇ? ਗੁਰਦੇਵ ਕਹਿੰਦੇ ਭਾਈ ਸੁਥਰਿਆ ਬਾਤ ਐਵੇਂ ਨਹੀਂ ਬਣੇਗੀ, ਸੱਚ ਦੱਸ। ਕਹਿਣ ਲੱਗੇ ਮਹਾਰਾਜ ਆਪ ਜੀ ਦੀ ਬਾਣੀ ਦਾ ਫਰਮਾਨ ਹੈ, ਸੱਚੋ ਸੱਚ ਦੱਸਦਾ, ਖਾਧੀਆਂ ਮੈਂ ਹੈ ਪਰ ਪੈਸਾ ਇਹਨਾਂ ਦਾ ਮੈਂ ਕੋਈ ਨਹੀਂ ਦਿੰਦਾ। ਕਹਿਣ ਲੱਗੇ ਕਿਉਂ? ਕਹਿੰਦੇ ਤੁਸੀਂ ਗੁਰਬਾਣੀ 'ਚ ਨਹੀਂ ਲਿਖਿਆ ਕਿ ਕੇਤੇ ਲੈ ਲੈ ਮੁੱਕਰ ਪਾਹੇ, ਕਿ ਕਿੰਨੇ ਕਿੰਨੇ ਜਿਹੜੇ ਲੈ ਲੈ ਕੇ ਮੁੱਕਰੀ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਭਾਈ ਸੁਥਰਿਆ ਫਿਰ ਅਗਲੀ ਪੰਕਤੀ ਵੀ ਪੜ੍ਹ ਕੇ ਕੇਤੇ ਮੂਰਖ ਖਾਹੀ ਖਾਹੇ। ਕਹਿਣ ਲੱਗੇ ਹੁਣ ਸਾਰੀ ਬਾਣੀ ਮੇਰੇ ਤੇ ਹੀ ਲਿਖ ਮਾਰੀ ਜੇ, ਕੋਈ ਦੂਸਰਿਆਂ ਵਾਸਤੇ ਵੀ ਰਹਿਣ ਦੇਵੋ। ਮੈਂ ਜਿੰਨਾ ਮੰਨਣਾ ਸੀ ਮੰਨ ਲਿਆ। ਸਾਡਾ ਸੁਭਾਅ ਐਸਾ ਬਣਿਆ ਹੋਇਆ, ਅਸੀਂ ਆਪਣੇ ਇੱਕ ਜੋਗਾ ਪੜ੍ਹਦੇ ਹਾਂ, ਆਪਣੇ ਇੱਕ ਜੋਗਾ, ਕਿ ਆਹ ਜਿਹੜੀ ਗੱਲ ਹੈ ਨਾ ਇੰਨੀ ਕੁ ਨਾਲ ਮੇਰੀ ਬਾਤ ਬਣ ਜਾਵੇਗੀ। ਅਸੀਂ ਗੁਰੂ ਕੀ ਬਾਣੀ ਵਿੱਚੋਂ ਵੀ ਯਤਨ ਕਰਦੇ ਹਾਂ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੀ ਢਲਿਆਈ ਲੱਭ ਜਾਵੇ, ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹੋ ਜਿਹਾ ਕਰਮ ਕਰਨ ਦਾ ਸਮਾਂ ਪ੍ਰਾਪਤ ਹੋ ਜਾਵੇ ਜਿਸ ਨੂੰ ਆਪਾਂ ਗੁਰਬਾਣੀ ਦੇ ਅਨੁਸਾਰ ਚਲਾ ਸਕੀਏ, ਕਿ ਆਪਾਂ ਗੁਰੂ ਕੀ ਆਗਿਆ ਹੀ ਮੰਨਦੇ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਗਿਆਨੀ ਸਿੰਘ ਆ ਗਿਆ। ਕਹਿਣ ਲੱਗੇ ਮਹਾਂਪੁਰਖੋ ਮੈਨੂੰ ਕਿਰਪਾ ਕਰਕੇ ਦੱਸਿਓ, ਜਿਹੜੇ ਗੁਰਬਾਣੀ 'ਚ ਪੰਕਤੀਆਂ ਲਿਖੀਆਂ ਹੋਈਆਂ ਹਨ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ, ਇਹਦੇ ਅਰਥ ਕੀ ਹਨ? ਮਹਾਂਪੁਰਖ ਹੱਸ ਪਏ। ਕਹਿਣ ਲੱਗੇ ਜਿਹੜੇ ਤੂੰ ਮੰਨੀ ਫਿਰਦਾ ਇਹ ਨਹੀਂ ਹੈ, ਜਿਹੜੇ ਤੂੰ ਸਮਝੀ ਬੈਠਾ ਨਾ ਉਹ ਅਰਥ ਨਹੀਂ ਹੈ। ਅੱਛਾ ਜੀ ਤੁਸੀਂ ਦੱਸੋ ਕੀ ਨੇ?
ਕਹਿੰਦੇ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਨਿਜ ਭਗਤੀ ਸੀਲਵੰਤੀ ਨਾਰ, ਜਿਹੜੀ ਪ੍ਰੇਮਾ ਭਗਤੀ ਹੈ। ਕਿਸ ਨਾਰੀ ਦੇ ਨਾਲ, ਕਿਹੜੀ ਸੁੰਦਰ ਨਾਰੀ ਇਸਤਰੀ ਹੈ ਜਿਹੜੀ ਨਿਜ ਸਰੂਪ ਨੂੰ ਜਣਾਉਣ ਵਾਲੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਿਹੜੀ ਇਹ ਨਿਜ ਭਗਤੀ ਹੈ, ਜਿਹੜੀ ਪ੍ਰੇਮਾ ਭਗਤੀ ਪਰਮੇਸ਼ਰ ਵਾਹਿਗੁਰੂ ਦੀ, ਇਹ ਤੇਰੀ ਨਿੱਜੀ ਇਹ ਸੁੰਦਰ ਸਰੂਪ ਵਾਲੀ ਇਸਤਰੀ ਹੈ। ਇਹਦੇ ਨਾਲ ਮਿਲ ਕਰਕੇ ਜਿਹੜਾ ਇਹਦਾ ਪ੍ਰੇਮੀ ਹੋ ਗਿਆ, ਉਹਨੂੰ ਭਾਈ ਸਾਰੇ ਆਨੰਦ ਦੀ ਪ੍ਰਾਪਤੀ ਹੋਈ ਹੈ। ਸੋ ਸਾਡਾ ਸੁਭਾਅ ਬਣ ਗਿਆ। ਗੁਰਦੇਵ ਕਹਿੰਦੇ ਕੀ ਸੁਭਾਅ ਹੈ ਕਿ ਕਰੇ ਕਰਾਵੇ ਮੁਕਰ ਪਾਵੇ। ਕੋਈ ਕਰਮ ਕਰਦਾ ਹੈ ਪਰ ਮੁਕਰ ਜਾਂਦਾ ਹੈ, ਮੈਂ ਤਾਂ ਨਹੀਂ ਇਹ ਕੀਤਾ, ਪਰ ਗੁਰਬਾਣੀ ਦਾ ਫਰਮਾਨ ਹੈ ਦੇ ਕਵਾਰ ਅਣਕ ਪਰਦੇ ਮਹਿ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢਾਕੈ। ਕਹਿਣ ਲੱਗੇ ਜਿਹੜੇ ਕੁੰਡੀਆਂ ਲਾ ਕਰਕੇ, ਕਵਾੜ ਭੇੜ ਕਰਕੇ ਸੋਚਦਾ ਹੈ ਮੈਨੂੰ ਕਿਸੇ ਨੇ ਨਹੀਂ ਵੇਖਿਆ, ਗੁਰਦੇਵ ਕਹਿੰਦੇ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ। ਉਹ ਤੇ ਸਦਾ ਹੀ ਸੁਣਦਾ ਹੈ, ਤੇਰੇ ਜ਼ਬਾਨ ਤੋਂ ਬੋਲੇ ਹੋਏ ਬੋਲ ਵੀ ਉਹਦੇ ਪਾਸ ਡਾਇਰੀ ਲੱਗੀ ਹੋਈ ਓ, ਤੇਰੇ ਕੀਤੇ ਹੋਏ ਕੁਕਰਮਾਂ ਨੂੰ ਉਹ ਵੇਖ ਰਿਹਾ ਹੈ, ਉਹਦੇ ਪਾਸੋਂ ਮੁਕਰਿਆ ਨਹੀਂ ਜਾਣਾ। ਮਹਾਰਾਜ ਕੋਈ ਗਵਾਹ ਕਹਿਣ ਲੱਗੇ ਜਦੋਂ ਚਿੱਤਰਗੁਪਤ ਸਾਹਮਣੇ ਆਣ ਕਰਕੇ ਤੇਰੇ ਬੋਲੇ ਨਾ, ਤੇ ਉਦੋਂ ਤੇਰਾ ਕਿਸੇ ਪਾਸੋਂ ਪਰਦਾ ਟਕਿਆ ਨਹੀਂ ਜਾਣਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲੂ ਜੀ ਕਹਿੰਦੇ ਭਾਈ ਜਦੋਂ ਤੇਰੇ ਸਾਹਮਣੇ ਆਣ ਕਰਕੇ ਉਹਨਾਂ ਨੇ ਗਵਾਹੀ ਦਿੱਤੀ, ਜਦੋਂ ਸਮਾਂ ਥਾਂ ਤੇਰੇ ਕੋ ਕਰਮ ਕਰਨ ਦਾ, ਤੇਰੇ ਭੈੜੇ ਔਗਣ ਕਰਨ ਦਾ ਸਾਰਾ ਹੀ ਖੋਲ ਕੇ ਅੱਗੇ ਰੱਖ ਦਿੱਤਾ ਨਾ, ਫਿਰ ਦੱਸ ਕਿਵੇਂ ਮੁਕਰਿਆ ਜਾਵੇਗਾ। ਨਹੀਂ ਮੁਕਰ ਸਕਦਾ। ਫਿਰ ਉਸ ਸਮੇਂ ਨਮੋਸ਼ੀ ਹੀ ਪੱਲੇ ਪੈ ਜਾਵੇਗੀ। ਫਿਰ ਸਿਰ ਝੁਕਾ ਕਰਕੇ ਸਭਾ ਦੇ ਵਿੱਚ ਤੈਨੂੰ ਲੱਜਾ ਦੇ ਸਹਿਤ ਹੋਣਾ ਪਵੇਗਾ। ਇਸ ਕਰਕੇ ਗੁਰਦੇਵ ਕਹਿੰਦੇ ਭਾਈ ਕਰਦਾ ਹੈ ਪਾਪਾਂ ਨੂੰ ਤੇ ਮੁੱਕਰ ਜਾਣਾ ਹੈ। ਵੇਖਤ ਸੁਣਤ ਸਦਾ ਸੰਗ ਹਰੇ। ਉਹ ਭਾਈ ਤੈਨੂੰ ਵੇਖ ਵੀ ਰਿਹਾ ਹੈ, ਤੈਨੂੰ ਸੁਣ ਵੀ ਰਿਹਾ ਹੈ, ਸਦਾ ਤੇਰਾ ਸੰਗੀ ਹੈ। ਜਿਹਨੂੰ ਆਪਾਂ ਪੜ੍ਹਦੇ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਜਿਹੜਾ ਸਦਾ ਵਾਸਤੇ ਸਾਡੇ ਅੰਦਰ ਦੀਆਂ ਜਾਣਨ ਵਾਲਾ। ਕਈ ਇਹ ਵੀ ਮਨ ਚ ਵਿਚਾਰ ਕਰਦੇ ਨੇ ਕਿ ਸਤਿਗੁਰੂ ਸਾਹਿਬ ਜੀ ਨੂੰ ਅੰਤਰਜਾਮੀ ਕਹਿਣਾ ਬੋਲਦੇ ਨੇ, ਇਹ ਭਾਈ ਨਹੀਂ ਕਹਿਣਾ ਚਾਹੀਦਾ। ਗੁਰਦੇਵ ਜੀ ਨੇ ਅੰਤਰਜਾਮਤਾ ਨਹੀਂ ਵਿਖਾਲੀ। ਜੇ ਭਾਈ ਸਤਿਗੁਰੂ ਸਾਹਿਬ ਜੀ ਅੰਤਰਜਾਮਤਾ ਵਿਖਾਲਣ ਹੀ ਨਾ, ਅਸੀਂ ਗੁਰੂ ਸਾਹਿਬ ਜੀ ਤੇ ਭਰੋਸਾ ਹੀ ਨਹੀਂ ਕਰ ਸਕਦੇ। ਮੇਰੇ ਸਤਿਗੁਰੂ ਸਾਹਿਬ ਜੀ ਸਿੱਖ ਦੀ ਬੇਬਲਤਾਈ। ਫਿਰ ਆਪਾਂ ਇਸ ਪੰਕਤੀਆਂ ਦੇ ਕੀ ਅਰਥ ਕਰਾਂਗੇ? ਵਿਣ ਬੋਲਿਆ ਸਭ ਕੁਝ ਜਾਣਦਾ। ਬਿਨਾਂ ਬੋਲਣ ਤੋਂ ਹੀ, ਜ਼ਰੂਰੀ ਨਹੀਂ ਬੋਲ ਕੇ ਦੱਸਿਆ ਜਾਵੇ, ਸਾਡੇ ਜਿਹੜੇ ਹਿਰਦੇ ਦੇ ਅੰਦਰ ਵੀ ਚੱਲ ਰਹੀ ਹੈ ਸਤਿਗੁਰੂ ਸਾਹਿਬ ਜੀ, ਉਹਦੇ ਤੇ ਉਹ ਸਾਡੀ ਭਾਵਨਾ ਜਾਣ ਕਰਕੇ ਵੀ ਫਲ ਲਾਉਣ ਵਾਲੇ। ਕੈਸੇ ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਜੀ ਕਥਾ ਪੜ੍ਹਦੇ ਤੇ ਸੁਣਦੇ ਹੋ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਵੇਈਂ ਦੁਆਰਾ ਜਦੋਂ ਨਿਰਗੁਣ ਸਰੂਪ ਦੇ ਪਾਸੋਂ ਸਰਗੁਣ ਸਰੂਪ ਨੇ ਮੂਲ ਮੰਤਰ ਦੇ ਸੋ ਪ੍ਰਾਪਤੀ ਕੀਤੀ, ਗਾਂ ਗੁਰਸਿੱਖਾਂ ਤੇ ਬਖਸ਼ਿਸ਼ ਕੀਤੀ। ਜਦੋਂ ਵੇਈਂ ਚੋਂ ਬਾਹਰ ਆਏ ਹਨ, ਪੁੱਛਿਆ ਮਹਾਰਾਜ ਕਿਹੜਾ ਪੰਥ ਚਲਾਓਗੇ? ਬਚਨ ਕੀਤੇ ਹਿੰਦੂ ਤੇ ਮੁਸਲਮਾਨ ਕੋਈ ਵੀ ਸੰਸਾਰ ਤੇ ਕੋਈ ਵੀ ਨਹੀਂ, ਸਾਰੇ ਪਰਮੇਸ਼ਰ ਵਾਹਿਗੁਰੂ ਦੇ ਬੰਦੇ ਹਨ। ਇਹ ਜਿਤਨੇ ਜੀਵ ਹਨ ਅਕਾਲ ਪੁਰਖ ਵਾਹਿਗੁਰੂ ਦੇ ਹਨ। ਜਦੋਂ ਅਜਿਹਾ ਹੋਕਾ ਦਿੱਤਾ, ਪੰਡਤਾਂ ਦੇ ਚਿੱਤ ਵੀ ਸੜਬਲ ਕੇ ਕੋਲੇ ਹੋ ਗਏ। ਮੁਸਲਮਾਨਾਂ ਨੇ ਵੀ ਇਸ ਗੱਲ ਦਾ ਬੜਾ ਦੁੱਖ ਮਨਾਇਆ। ਕਾਜੀ ਅੱਗ ਬਬੂਲੇ ਹੋਏ ਫਿਰਨ, ਇਹ ਕੌਣ ਹਨ ਜਿਨ੍ਹਾਂ ਨੇ ਇਹ ਹੋਕਾ ਦੇ ਦਿੱਤਾ ਹੈ ਕਿ ਸਾਰੇ ਮਨੁੱਖਾਂ ਦੀ ਜਾਤ ਇੱਕੋ ਹੀ ਹੈ? ਇਹ ਤੇ ਗੁਰੂ ਘਰ ਨੇ ਬਖਸ਼ਿਸ਼ ਕੀਤੀ ਨਾ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ। ਜਿਹੜੀ ਮਨੁੱਖ ਦੀ ਜਾਤ ਹੈ ਇਹਨੂੰ ਸੱਜਣਾ ਵੱਖੋ ਵੱਖਰੀ ਕਰਕੇ ਨਾ ਵੇਖ, ਇਹ ਤੇ ਸਾਰੇ ਹੀ ਉਹ ਪਰਮੇਸ਼ਰ ਵਾਹਿਗੁਰੂ ਦੇ ਭੇਜੇ ਹੋਏ ਬੰਦੇ ਹਨ। ਸੋ ਜਿਹਨੂੰ ਪੜਾਇਆ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਇਹ ਸਾਰੇ ਕੁਦਰਤ ਵੱਲੋਂ ਪੈਦਾ ਕੀਤੇ ਹੋਏ ਹਨ। ਇਹ ਭਾਈ ਇੱਕੇ ਹੀ ਨੂਰ, ਇੱਕੇ ਜੋਤੀ ਚੋਂ ਪੈਦਾ ਹੋਏ ਨੇ। ਕੌਣ ਹੈ ਜੋ ਭਿੰਨ ਭਿੰਨ ਹੋਵੇ? ਜਦੋਂ ਅਜਿਹੀ ਬਖਸ਼ਿਸ਼ ਕੀਤੀ, ਦੌਲਤ ਖਾਂ ਨਵਾਬ ਨੇ ਆਪਣੇ ਪਾਸ ਬੁਲਾਇਆ। ਕਹਿੰਦੇ ਜੀ ਸਾਡਾ ਹਿਸਾਬ ਕਰ ਦਵੋ। ਗੁਰਦੇਵ ਸਤਿਗੁਰੂ ਸਾਹਿਬ ਜੀ ਪਹੁੰਚੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਪਾਸ ਜਦੋਂ ਗਏ ਨੇ, ਮਹਾਰਾਜ ਜੀ ਨੇ ਸਲਾਮ ਨਹੀਂ ਕੀਤੀ। ਕਾਜੀ ਕਹਿੰਦਾ ਤੁਸੀਂ ਸਲਾਮ ਨਹੀਂ ਕੀਤੀ। ਮਹਾਰਾਜ ਕਹਿੰਦੇ ਜਦੋਂ ਗੁਲਾਮੀ ਚਾਕਰੀ ਛੱਡ ਦਿੱਤੀ ਤੇ ਹੁਣ ਸਲਾਮ ਕਾਦੀ? ਅਸੀਂ ਇਹਦੇ ਕੋਈ ਗੁਲਾਮ ਹਾਂ? ਚਾਕਰ ਸਲਾਮਾਂ ਕਰਦੇ ਹਨ, ਗੁਲਾਮ ਸਲਾਮਾਂ ਕਰਦੇ ਨੇ। ਅਸੀਂ ਤੇ ਪਰਮੇਸ਼ਰ ਦੇ ਬੰਦੇ ਹਾਂ, ਇਹਨੂੰ ਸਲਾਮ ਕਿਵੇਂ ਕਰਾਂਗੇ? ਕਰਤਾਰ ਦੇ ਹੱਥ ਹੀ ਸਾਰਾ ਕੁਝ ਦੇ ਦਿੱਤਾ। ਹੁਣ ਤੇ ਕਰਤਾਰ ਨੂੰ ਹੀ ਆਦੇਸ਼ ਕਰਦੇ ਹਾਂ, ਉਹਨੂੰ ਹੀ ਨਮਸਕਾਰ ਹੈ। ਇਹਨਾਂ ਨੇ ਗੱਲ ਪਕੜ ਲਈ। ਕਹਿੰਦੇ ਚੰਗਾ ਜੀ, ਅਸੀਂ ਸੁਣਿਆ ਹੈ ਤੁਸੀਂ ਕਹਿੰਦੇ ਹੋ ਕਿ ਸਾਰੇ ਹੀ ਥਾਵਾਂ ਤੇ ਪਰਮੇਸ਼ਰ ਵਸਦਾ, ਤੇ ਜੇ ਸਾਰਿਆਂ ਥਾਵਾਂ ਤੇ ਪਰਮੇਸ਼ਰ ਹੈ ਤੇ ਤੁਸੀਂ ਸਾਡੇ ਨਾਲ ਰਲ ਕੇ ਨਮਾਜ਼ ਹੀ ਪੜ੍ਹ ਲਵੋ। ਮਹਾਰਾਜ ਕਹਿੰਦੇ ਚੰਗਾ ਦੌਲਤ ਖਾਂ ਨਵਾਬ, ਚੰਗਾ ਕਾਜੀ, ਜੇ ਤੁਸੀਂ ਨਮਾਜ਼ ਪੜ੍ਹੋਗੇ ਨਾ ਤੇ ਤੁਹਾਡੇ ਨਾਲ ਅਸੀਂ ਵੀ ਪੜ੍ਹ ਲਵਾਂਗੇ। ਚਲੇ ਗਏ ਮਸੀਤ ਵਿੱਚ। ਕਹਿੰਦੇ ਆ ਜਾਓ ਜੀ ਨਮਾਜ਼ ਪੜ੍ਹੀਏ। ਨਮਾਜ਼ ਪੜ੍ਹਨ ਲੱਗੇ। ਮਹਾਰਾਜ ਜੀ ਕੁਝ ਬੋਲਣ ਹੀ ਨਾ ਮੁਖ ਤੋਂ। ਨਮਾਜ਼ ਪੜ੍ਹ ਕੇ ਹਟ ਗਏ। ਨਵਾਬ ਦੌਲਤ ਖਾਂ ਕਹਿੰਦਾ ਮਹਾਰਾਜ ਤੁਸੀਂ ਨਮਾਜ਼ ਨਹੀਂ ਪੜ੍ਹੀ। ਗੁਰਦੇਵ ਕਹਿੰਦੇ ਦੌਲਤ ਖਾਂ ਤੂੰ ਨਮਾਜ਼ ਪੜ੍ਹਦਾ ਕਦੋਂ ਸੈਂ? ਮੇਰੇ ਨਾਲ ਤੁਹਾਨੂੰ ਰਲ ਕੇ ਨਮਾਜ਼ ਪੜ੍ਹਨੀ ਚਾਹੀਦੀ ਸੀ। ਮਹਾਰਾਜ ਕਹਿੰਦੇ ਤੂੰ ਨਮਾਜ਼ ਕਦੋਂ ਪੜ੍ਹਦਾ ਸੀ ਭਾਈ? ਇਹਨੂੰ ਘੋੜੇ ਖਰੀਦਣ ਦਾ ਬੜਾ ਜ਼ਿਆਦਾ ਸ਼ੌਂਕ ਸੀ। ਕਹਿੰਦੇ ਤੂੰ ਤੇ ਕਾਬਲ ਦੇ ਬਾਜ਼ਾਰਾਂ ਵਿੱਚ ਜਿਹੜੀ ਮੰਡੀ ਲੱਗੀ ਹੋਈ ਸੀ ਘੋੜਿਆਂ ਦੀ, ਉੱਥੋਂ ਘੋੜੇ ਖਰੀਦਦਾ ਫਿਰਦਾ ਸੀ। 10 ਖਾਂ ਨਹੀਂ ਸੀ ਖਰੀਦਦਾ ਫਿਰਦਾ। ਕਹਿੰਦਾ ਬਿਲਕੁਲ ਮਹਾਰਾਜ ਇਹੋ ਹੀ ਕਰ ਰਿਹਾ। ਕਾਜੀ ਕਹਿੰਦਾ ਜੀ ਚਲੋ ਇਹਨਾਂ ਦੀ ਗੱਲ ਛੱਡੋ, ਤੁਸੀਂ ਮੇਰੇ ਨਾਲ ਹੀ ਨਮਾਜ਼ ਪੜ੍ਹ ਲੈਂਦੇ। ਮੈਂ ਤੇ ਨਮਾਜ਼ ਪੜ੍ਹਦਾ ਸੀ ਨਾ। ਸਤਿਗੁਰੂ ਹੱਸ ਪਏ, ਮੁਸਕਰਾ ਕੇ ਕਹਿਣ ਲੱਗੇ ਕਾਜੀ ਤੂੰ ਵੀ ਆਪਣੇ ਘਰੇ ਵਛੇਰੀ ਦੇ ਮਗਰ ਹੀ ਭੱਜਾ ਫਿਰਦਾ ਸਾਂ, ਵਛੇਰੀ ਦੇ ਮਗਰ। ਕਹਿਣ ਲੱਗਾ ਜੀ ਕਿਵੇਂ? ਗੁਰਦੇਵ ਕਹਿੰਦੇ ਤੇਰੀ ਘੋੜੀ ਸੂਈ ਹੈ ਤੇ ਤੇਰੇ ਚਿੱਤ 'ਚ ਖਿਆਲ ਆਉਣ ਡਿਆ ਸੀ ਕਿ ਵਛੇਰੀ ਛੋਟੀ ਹੈ, ਲਾਗੇ ਟੋਆ ਹੈ ਬੜਾ ਡੂੰਘਾ, ਤੇ ਜੇ ਉਹਦੇ ਵਿੱਚ ਡਿੱਗ ਗਈ ਤੇ ਉਹਨੇ ਮਰ ਜਾਣਾ ਹੈ। ਤੂੰ ਉਹਨੂੰ ਹੀ ਬੰਨ੍ਹਦਾ ਫਿਰਦਾ ਸਾਂ। ਕਾਜੀ ਕੋਈ ਹੀਲ ਹੁਜਤ ਜੀ ਕਰਨ ਲੱਗਾ ਜੀ ਇਹ ਗੱਲ ਐਵੇਂ ਨਹੀਂ। ਨਵਾਬ ਕਹਿੰਦਾ ਕਿ ਕਾਜੀ ਸਾਹਿਬ ਘੋੜੀ ਸੂਈ ਹੈ ਆਪਣੀ? ਕਹਿੰਦਾ ਜੀ ਬਿਲਕੁਲ ਸੂਈ ਹੈ। ਕਹਿੰਦੇ ਲਾਗੇ ਟੋਆ ਹੈ? ਕਹਿੰਦਾ ਹੈਗਾ ਜੀ। ਫਿਰ ਕਹਿੰਦੇ ਕੱਲ ਹੀ ਅੜਿਆਈਆਂ ਕਰਦਾ, ਆਪਾਂ ਦੋਵੇਂ ਹੀ ਨਮਾਜ਼ ਨਹੀਂ ਸਾਂ ਪੜ੍ਹਦੇ। ਪਤਾ ਲੱਗ ਗਿਆ ਅੱਜ ਕਿ ਨਮਾਜ਼ ਪੜ੍ਹਨੀ ਕਿਵੇਂ। ਇਸ ਕਰਕੇ ਗੁਰਸਿੱਖੋ ਉਹ ਪਰਮੇਸ਼ਰ ਵਾਹਿਗੁਰੂ ਪੇਖਤ ਸੁਣਤ ਸਦਾ ਸੰਗ ਹਰੇ। ਉਹ ਵੇਖਦਾ ਹੈ, ਉਹ ਸੁਣਦਾ ਹੈ ਤੇਰੀ ਅੰਦਰ ਦੀ ਬੇਬਲਤਾ ਨੂੰ ਜਾਣ ਕਰਕੇ। ਇੱਥੋਂ ਤੱਕ ਉਹ ਕਿਹੋ ਜਿਹਾ ਪਿਆਰਾ ਪਰਮੇਸ਼ਰ ਹੈ। ਮਹਾਂਪੁਰਖਾਂ ਨੇ, ਵੱਡੇ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਿੱਥੇ ਅੰਮ੍ਰਿਤ ਵੇਲੇ ਦੀ ਕਥਾ ਕੀਤੀ ਹੈ ਨਾ, ਉੱਥੇ ਕਲਯੁਗ ਦੇ ਸਮੇਂ ਨੂੰ ਵੀ ਅੰਮ੍ਰਿਤ ਵੇਲਾ ਮਹਾਂਪੁਰਖਾਂ ਨੇ ਦੱਸਿਆ। ਏਡਾ ਵੱਡਾ ਮਹਾਨ ਗੁਣ ਹੈ। ਕਹਿੰਦੇ ਭਾਈ ਕਲਯੁਗ ਦੇ ਸਮੇਂ ਅੰਦਰ ਜੇ ਕੋਈ ਮਨ ਕਰਕੇ ਵਕਾਰੀ ਹੋ ਗਿਆ ਤੇ ਉਹਦਾ ਪਾਪ ਨਹੀਂ ਲੱਗੇਗਾ। ਮਨ ਕਰਕੇ ਵਕਾਰੀ ਹੋ ਗਿਆ ਪਰ ਸਰੀਰ ਕਰਕੇ ਉਹ ਕੋਈ ਕਰਮ ਨਹੀਂ ਕੀਤਾ, ਉਹਦਾ ਪਾਪ ਨਹੀਂ ਲੱਗੇਗਾ। ਪਰ ਜੇ ਮਨ ਕਰਕੇ ਚੰਗਾ ਚਿਤਵਲਿਆ ਪਰ ਸਰੀਰ ਦੀ ਸਮਰੱਥਾ ਨਾ ਹੋਣ ਕਰਕੇ ਨਹੀਂ ਹੋਇਆ, ਉਹਦਾ ਫਲ ਜ਼ਰੂਰ ਮਿਲ ਜਾਵੇ। ਉਹ ਜਿਹੜਾ ਤੇਰੀਆਂ ਕੀਤੀਆਂ ਹੋਈਆਂ ਚੰਗੀਆਂ ਚਿਤਵਣੀਆਂ ਦਾ, ਤੇਰੇ ਸੋਚੇ ਹੋਏ ਚੰਗੇ ਕਰਮਾਂ ਦਾ ਵੀ ਫਲ ਦੇਣ ਵਾਲਾ ਹੈ। ਕੀ ਵਿਚਾਰਦਾ ਹੈ? ਪਾਪ ਕਰਕੇ ਉਹਦੇ ਪਾਸੋਂ ਮੁੱਕਰ ਜਾਵੇਂਗਾ, ਨਹੀਂ ਮੁੱਕਰਿਆ ਜਾਣਾ। ਉਹ ਸਦਾ ਹਾਜ਼ਰ ਹਜ਼ੂਰ ਹੈ ਜੀ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਕਾਜ ਬਿਹਾਜਣ ਕੰਚਨ ਛਾਡਣ। ਪਰ ਕਹਿੰਦੇ ਮਨੁੱਖ ਦਾ ਸੁਭਾਅ ਕੀ ਬਣਿਆ ਹੋਇਆ ਹੈ? ਕੱਚ ਵਿਹਾਜੀ ਜਾਂਦਾ ਹੈ ਤੇ ਕੰਚਨ ਸੋਨੇ ਨੂੰ ਤਿਆਗੀ ਜਾਂਦਾ। ਕੱਚ ਕੀ ਹੈ? ਕੋ ਸੰਗਤ, ਭੈੜੇ ਕਰਮ, ਵਕਾਰਾਂ ਦੀ ਸੰਗਤ ਵਿੱਚ ਫਸਿਆ ਹੋਇਆ, ਸਦਾ ਵਾਸਤੇ ਕੋ ਕਰਮਾਂ ਨੂੰ, ਵਕਾਰਾਂ ਨੂੰ ਭੋਗਣਾ, ਇਹ ਕੱਚ ਵਿਹਾਜਣ ਦੀ ਨਿਆਈ ਹੈ।
ਸਤ ਸੰਗਤ ਵਿੱਚ ਆਣ ਕਰਕੇ ਪ੍ਰੇਮਾ ਭਗਤੀ ਕਰਨੀ, ਪਰਮੇਸ਼ਰ ਵਾਹਿਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨਾ। ਜਿਹੜੀ ਭਗਤੀ ਹੈ ਇਹ ਸੋਨੇ ਦੀ ਨਿਆਈ ਹੈ। ਜਿਨ੍ਹਾਂ ਨੇ ਭਾਈ ਆਪਣੇ ਗਲ ਦੇ ਵਿੱਚ, ਕੰਠ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਗਹਿਣਾ ਪਾਇਆ ਹੈ ਨਾ, ਉਹਨਾਂ ਦੀ ਸਾਰੇ ਸੰਸਾਰ 'ਚ ਵਡਿਆਈ ਹੋਈ ਹੈ। ਉਹਨਾਂ ਤੇ ਹੀ ਇਹ ਬਖਸ਼ਿਸ਼ ਹੋਈ ਹੈ ਕਿ ਉਹ ਸਾਰੇ ਸੰਸਾਰ ਦੇ ਵਿੱਚ ਉਜਲੇ ਮੁਖ ਲੈ ਕਰਕੇ ਚੱਲੇ ਹਨ। ਇਸ ਕਰਕੇ ਕਹਿੰਦੇ ਸੁਭਾਅ ਕੀ ਬਣਿਆ ਹੈ, ਕੱਚ ਵਕਾਰਾਂ ਨੂੰ ਹੀ ਵਿਆਜੀ ਜਾਂਦਾ, ਵਕਾਰਾਂ ਨੂੰ ਵਕਾਰੀ ਹੋਇਆ ਇਸ ਸੰਸਾਰ ਤੇ ਤੁਰਿਆ ਫਿਰਦਾ ਹੈ ਜੇ। ਵੈਰੀ ਸੰਗ ਹੇਤੁ ਸਾਜਨ ਤਿਆਗ ਖਰੇ। ਕਹਿੰਦੇ ਵੈਰੀ ਕੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵੈਰੀਆਂ ਦੇ ਨਾਲ ਪ੍ਰੀਤੀ ਪਾਈ ਹੋਈ। ਕਾਮੀ ਹੋ ਕਰਕੇ ਸੰਸਾਰ ਤੇ ਵਿਚਰਨਾ, ਵਕਾਰੀ ਹੋ ਕਰਕੇ ਸੋ ਸੁਭਾਅ ਐਸਾ ਬਣਿਆ ਹੋਇਆ, ਵਕਾਰਾਂ ਨੂੰ ਭੋਗਦਾ ਭੋਗਦਾ ਕਹਿੰਦਾ ਬੜਾ ਆਨੰਦ। ਗੰਦੀ ਕੌੜੀ ਸ਼ਰਾਬ ਪੀ ਕੇ ਕਹੀ ਜਾਣਾ, ਐਵੇਂ ਭਾਈ ਸਾਨੂੰ ਬੋਲ ਬੋਲ ਕੇ ਕਹੀ ਜਾਂਦੇ, ਕਿਤੇ ਆਪ ਪੀ ਕੇ ਵੇਖਣ, ਪਤਾ ਲੱਗੇ ਇਹਨਾਂ ਨੂੰ ਕਿ ਇਹਦਾ ਸਵਾਦ ਕੀ ਹੈ। ਚੰਗਾ ਭਾਈ, ਬੜੀ ਚੰਗੀ ਕੰਮ ਹੈ ਤੇਰਾ, ਆਪ ਤੇ ਜ਼ਹਿਰ ਪੀਣਾ, ਦੂਸਰਿਆਂ ਨੂੰ ਵੀ ਕਹਿੰਦਾ ਕਿ ਜ਼ਹਿਰ ਪੀ ਲੈ। ਕਹਿੰਦੇ ਭਾਈ ਇਹਨਾਂ ਵਕਾਰਾਂ ਨੂੰ ਭੋਗਦਾ ਹੋਇਆ ਪਰਗ੍ਰਹਿ ਜਾ ਕਰਕੇ ਕਲੰਕੀ ਹੋ ਰਿਹਾ ਹੈ ਤੂੰ, ਲੋਭ ਦਾ ਮਾਰਿਆ ਹੋਇਆ ਕੜੀਆਂ 'ਚ ਪੈ ਰਿਹਾ, ਮੋਹ ਦਾ ਮਾਰਿਆ ਹੋਇਆ, ਸੋ ਦਰ ਦਰ ਦਾ ਭਿਖਾਰੀ ਬਣਿਆ ਫਿਰਦਾ, ਧੀਆਂ ਪੁੱਤਰਾਂ ਵਾਸਤੇ ਭੀਖ ਮੰਗਦਾ ਫਿਰਦਾ, ਭੀਖ। ਤੇ ਜੇ ਥੋੜਾ ਬਹੁਤਾ ਆ ਜਾਂਦਾ ਤੇ ਹੰਕਾਰ ਕਰਦਾ ਫਿਰਦਾ, ਰੱਬ ਹੀ ਭੁੱਲ ਜਾਂਦਾ ਤੈਨੂੰ, ਰੱਬ ਹੀ। ਕਹਿਣ ਲੱਗੇ ਇਸ ਕਰਕੇ ਇਹ ਜਿਹੜੇ ਦੁਸ਼ਮਣ ਸਨ ਉਹਨਾਂ ਨਾਲ ਹੇਤ ਪ੍ਰੇਮ ਲਾ ਲਿਆ, ਤੇ ਜਿਹੜੇ ਸਾਜਨ ਸਨ ਕੀ ਸਤ ਸੰਤੋਖ ਦਇਆ ਧਰਮ ਨਾਮਦਾਨ ਇਸ਼ਨਾਨ, ਇਹਨਾਂ ਨਾਲੋਂ ਪ੍ਰੀਤੀ ਟੁੱਟ ਗਈ ਨਾ। ਤੇ ਕਹਿੰਦਾ ਜੀ ਥੋੜਾ ਬਹੁਤਾ ਝੂਠ ਤੇ ਚੱਲਦਾ ਹੀ ਹੈ ਨਾ, ਸਤ ਪ੍ਰਤੱਗੀ ਹੋਇਆ ਹੀ ਨਹੀਂ ਜਾਂਦਾ। ਕਹਿੰਦਾ ਜੀ ਮੈਨੂੰ ਕਹੀ ਜਾਂਦੇ ਜੇ ਕਿ ਤੂੰ ਸੰਤੋਖ ਨਹੀਂ ਕਰਦਾ, ਤੇ ਸੰਤੋਖ ਤੇ ਇੱਥੇ ਵੱਡੇ ਵੱਡੇ ਬਾਬਿਆਂ ਨੂੰ ਨਹੀਂ ਆਇਆ ਜੀ, ਸੰਤੋਖ ਤੋਂ ਵੀ ਮੁਨਕਰ ਹੋ ਗਿਆ। ਦਇਆ ਆਉਂਦੀ ਨਹੀਂ ਕਦੀ ਚਿੱਤ ਦੇ ਵਿੱਚ। ਧਰਮ ਦੇ ਨਾਲ ਸੰਬੰਧੀ ਤਾਂ ਬਣਨਾ ਸੀ ਜੇ ਹਿਰਦੇ ਕਰਕੇ ਦਿਆਲੂ ਹੁੰਦਾ, ਦਇਆ ਤੋਂ ਦੂਰ ਹੋ ਗਿਆ। ਕੋ ਦਇਆ ਜਿਹੜੀ ਹੈ ਉਹੋ ਹੀ ਹਿਰਦੇ ਵਿੱਚ ਵਸੀ ਹੋਈ ਹੈ। ਜੀਵ ਹੱਤਿਆ ਕਰਨੀ ਜ਼ਬਾਨ ਦੇ ਸਵਾਦ, ਇਹ ਐਸਾ ਭਾਈ ਕਿੱਥੇ ਇਹ ਸੰਵਿਧਾਨ। ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤਾਂ ਨੂੰ ਪੁੱਛਿਆ, ਕਹਿਣ ਲੱਗੇ ਪਰਮੇਸ਼ਰ ਦੇ ਪਿਆਰਿਓ ਮਾਸ ਖਾਓਗੇ, ਮਾਸ? ਕਹਿਣ ਲੱਗੇ ਨਹੀਂ ਭਾਈ ਇਹ ਸਾਡੇ ਹਿੱਸੇ ਨਹੀਂ ਆਇਆ। ਕਿਉਂ ਜੀ, ਸਵਾਦ ਬੜਾ ਹੁੰਦਾ ਹੈ, ਖਾ ਕੇ ਵੇਖੋ। ਕਹਿਣ ਲੱਗੇ ਨਹੀਂ। ਸੋ ਪਿਆਰਿਓ ਖੂਬ ਖਾਨਾ ਖੀਚਰੀ ਜਾਮਹਿ ਅੰਮ੍ਰਿਤ ਲੋਣ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਕਹਿੰਦੇ ਉਹ ਰੱਬ ਦੇ ਦਰ ਦਾ ਸਿਧਾਂਤ ਹੈ, ਗਲ ਦੇ ਬਦਲੇ ਗਲ ਕਟਵਾਉਣਾ ਪੈਂਦਾ ਹੈ। ਸਾਰੇ ਸੰਸਾਰ ਦਾ ਹੀ ਨਿਯਮ ਇਹੋ ਹੈ। ਕਿਸੇ ਨੇ ਕਤਲ ਕਰ ਦਿੱਤਾ ਤੇ ਜੱਜ ਕਹਿੰਦਾ ਇਹਨੂੰ ਫਾਹੇ ਲਾ ਦਿਓ, ਫਾਹੇ, ਇਹਨੂੰ ਤਾਂ ਉਮਰ ਇਹਨੂੰ ਕੈਦ ਵਿੱਚ ਰੱਖਿਆ ਜਾਵੇ, ਇਹਨੂੰ ਬਾਹਰ ਦਾ ਸੂਰਜ ਹੀ ਨਾ ਵੇਖਣ ਦਿੱਤਾ ਜਾਵੇ। ਇਹਨੇ ਨਿਰਦਈ ਹੋ ਕੇ ਕਿਸੇ ਨੂੰ ਮਾਰਿਆ ਹੈ। ਕਹਿਣ ਲੱਗੇ ਉਹ ਰੱਬ ਦੇ ਦਰ ਦਾ ਅਸੂਲ ਵੀ ਇਹੋ ਜੇ, ਸਾਨੂੰ ਖਿਚੜੀ ਚੰਗੀ ਖਿਚੜੀ, ਉਹਦੇ ਵਿੱਚ ਹੀ ਅੰਮ੍ਰਿਤ ਲੂਣ ਪਾ ਕੇ ਤੇ ਗੁਜ਼ਾਰਾ ਕਰੀ ਜਾਂਦੇ ਆ। ਕਿਸੇ ਜੀਵ ਦਾ ਗਲ ਵੱਢ ਕਰਕੇ ਤੇ ਗਲਾ ਕਟਾਉਣਾ ਇਹ ਯੋਗ ਨਹੀਂ, ਇਹ ਸੋਭਾ ਨਹੀਂ ਦਿੰਦਾ ਪਰਮੇਸ਼ਰ ਦੇ ਪਿਆਰਿਆਂ ਨੂੰ। ਇਹੋ ਹੀ ਕੰਮ ਠੀਕ ਹੈ। ਸੋ ਇਸ ਕਰਕੇ ਇਹ ਜਿਹੜੀ ਭੈੜੀ ਸੋ ਕਦਇਆ ਹਿਰਦੇ ਵਿੱਚ ਵਸੀ ਹੋਈ ਹੈ, ਇਹ ਭਾਈ ਦਇਆ ਰੂਪੀ ਸੱਜਣ ਇਸ ਨੇ ਵਸਾਰ ਦਿੱਤਾ। ਧਰਮ ਕਿਵੇਂ ਹਿਰਦੇ 'ਚ ਪ੍ਰਵੇਸ਼ ਕਰਦਾ ਜਦੋਂ ਦਇਆ ਹੀ ਪੱਲੇ ਨਹੀਂ ਸੀ। ਇਸ ਕਰਕੇ ਧਰਮ ਤੋਂ ਵੀ ਹੀਣਾ ਹੋ ਗਿਆ। ਸੋ ਇਸੇ ਤਰੀਕੇ ਦੇ ਨਾਲ ਸੋ ਪਿਆਰਿਓ ਜਿਹੜੇ ਵੈਰੀ ਸੰਗ ਹੇਤ, ਜਿਹੜੇ ਵੈਰੀ ਨੇ ਕਿਹੜੇ, ਜਿਨ੍ਹਾਂ ਨੇ ਆਖਿਆ ਕਿ ਫਲਾਣਾ ਸਿਆ ਪਤਾ ਲੱਗਾ ਵੈਰੀ ਕਿਹੜੇ ਨੇ, ਇਹ ਸਾਨੂੰ ਪਛਾਣ ਕਰਨੀ ਪਵੇਗੀ। ਮਨੁੱਖਾਂ 'ਚ ਵੀ ਵੈਰੀ ਤੁਰੇ ਫਿਰਦੇ ਨੇ, ਪਰ ਸਾਨੂੰ ਆਪਣੇ ਸੱਜਣ ਲੱਗਦੇ ਨੇ, ਆਪਣੇ ਸੱਜਣ। ਸੋ ਇੱਕ ਸੱਜਣ ਨੇ ਸਲਾਹ ਦਿੱਤੀ, ਕਹਿੰਦਾ ਭਾਊ ਅੰਮ੍ਰਿਤਸਰ ਮੱਸਿਆ ਤੇ ਚੱਲੀਏ। ਦੂਜਾ ਕਹਿੰਦਾ ਜਾਊਂਗਾ। ਕਹਿੰਦਾ ਕੀ ਕਰੋਗੇ ਉੱਥੇ ਜਾ ਕੇ? ਕਹਿੰਦੇ ਲੰਗਰ ਦੇ ਭਾਂਡੇ ਮਾਂਜਾਂਗੇ, ਲੰਗਰ ਦੇ ਭਾਂਡੇ। ਉੱਥੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਾਂਗੇ, ਦਰਬਾਰ ਸਾਹਿਬ ਸਰੋਵਰ 'ਚ ਇਸ਼ਨਾਨ ਕਰਾਂਗੇ। ਕਹਿੰਦਾ ਤੁਰ ਤੇ ਪੈਂਦਾ। ਵਿੱਚ ਇੱਕ ਵੈਰੀ ਮੱਤ ਵਾਲਾ ਆ ਗਿਆ, ਕਹਿੰਦਾ ਤੁਰ ਤੇ ਤੁਹਾਡੇ ਨਾਲ ਪੈਂਦਾ, ਪਰ ਤੁਹਾਡਾ ਕੰਮ ਔਖਾ ਹੈ,
ਮੈਂ ਤੁਹਾਡੇ ਨਾਲ ਜਾ ਕੇ ਐਵੇਂ ਬੋਰ ਹੀ ਹੋਈ ਜਾਣਾ। ਅੱਛਾ ਭਲਾ ਭਾਈ ਸੱਜਣਾ ਤੂੰ ਸਲਾਹ ਦੇ ਦੇ ਕੀ ਕਰੀਏ। ਕਹਿੰਦਾ ਮੱਸਿਆ ਤੇ ਚੱਲਾਂਗੇ, ਪਰ ਮੇਰੇ ਨਾਲ ਇੱਕ ਵਾਅਦਾ ਕਰੋ, ਮੈਂ ਫਿਲਮ ਵੀ ਵੇਖਣੀ ਜੇ ਤੇ ਆਉਂਦਿਆਂ ਆਪਾਂ ਠੇਕੇ ਤੇ ਵੀ ਖਲੋਣਾ ਜੇ। ਸਾਰੇ ਖੁਸ਼ ਹੋ ਗਏ। ਕਹਿੰਦੇ ਆਹ ਭਾਈ ਬੜਾ ਸਿਆਣਾ ਜੇ, ਇਹਨੇ ਸਲਾਹ ਚੰਗੀ ਦਿੱਤੀ। ਜਿਹੜਾ ਸਤਸੰਗੀ ਸੀ, ਉਹ ਜਿਹੜਾ ਸੱਜਣ ਪੁਰਖ ਸੀ, ਉਹਦੀ ਸਾਰੀ ਬਾਤ ਭੁਲਾ ਦਿੱਤੀ। ਕਹਿਣ ਲੱਗੇ ਭਾਈਆ ਤੂੰ ਆਪੇ ਚਲਿਆ ਜਾ। ਕਹਿਣ ਲੱਗਾ ਨਹੀਂ ਓਏ, ਗੁਰੂ ਘਰ ਜਾ ਕੇ ਇਹੋ ਜਿਹੇ ਕਰਮ ਕਰਨੇ ਸੋਭਾ ਨਹੀਂ ਦਿੰਦੇ। ਕਹਿੰਦੇ ਚੰਗਾ ਫਿਰ ਬਾਬਾ ਤੂੰ ਚਲਾ ਜਾ, ਅਸੀਂ ਤੇਰਾ ਗੁਰਦੁਆਰਾ ਵੀ ਛੱਡਿਆ, ਅਸੀਂ ਬਾਹਰੋਂ ਬਾਹਰ ਹੀ ਮੋੜ ਆਵਾਂਗੇ। ਇੱਕ ਤੇ ਦੇਣਾ ਮਹੀਨੇ ਦਾ ਘੁੰਮਣ ਫਿਰਨ ਦਾ, ਉਹ ਵੀ ਤੁਹਾਡੇ ਮਗਰ ਲੱਗ ਕੇ ਖਰਾਬ ਕਰ ਲਈਏ। ਸੱਜਣ ਪਰਮੇਸ਼ਰ ਦੇ ਪਿਆਰੇ ਸੰਤ ਜਿਹੜੇ ਨੇ, ਮਹਾਤਮਾ ਮਹਾਂਪੁਰਖ, ਉਹਨਾਂ ਦੇ ਪਾਸ ਜਾਣਾ ਲੋਚਦਾ ਨਹੀਂ। ਕਹਿੰਦਾ ਬਾਬਿਆਂ ਕੋਲ ਜਦੋਂ ਚਲੇ ਜਾਵੋ, ਇਹਨਾਂ ਨੇ ਭੈੜੀਆਂ ਭੈੜੀਆਂ ਗੱਲਾਂ ਕਰਕੇ ਡਰਾਈ ਜਾਂਦੇ। ਉਹ ਰੱਬ ਦੇ ਨਾਂ ਤੇ ਡਰਾਈ ਜਾਂਦੇ, ਸਾਨੂੰ ਬੜਾ ਪ੍ਰਚਾਰ ਚੱਲਦਾ। ਕਹਿੰਦੇ ਜੀ ਆ ਜਿਹੜੇ ਧਰਮੀ ਨੇ ਨਾ, ਇਹਨਾਂ ਤੋਂ ਪਾਸਾ ਕਰੋ, ਇਹ ਰੱਬ ਦੇ ਨਾਂ ਤੇ ਡਰਾਉਂਦੇ ਜੇ, ਰੱਬ ਦੇ ਨਾਂ ਤੇ। ਉਹ ਸਾਨੂੰ ਰੱਬ ਦਾ ਡਰਾਵਾ ਦੇ ਦੇ ਕੇ ਡਰਾਈ ਜਾਂਦੇ, ਅਸੀਂ ਡਰਦੇ ਆ ਨਹੀਂ। ਬੇਵਕੂਫ ਆ ਗਿਆ ਕੋਈ, ਕਹਿਣ ਲੱਗਾ ਇਹੋ ਹੀ ਜੱਗ ਮਿੱਠਾ, ਅਗਲਾ ਕਿਸੇ ਨਾ ਡੱਠਾ। ਕਹਿਣ ਲੱਗੇ ਆਹ ਸਿਆਣਾ ਹੀ, ਆਹ ਚੰਗਾ। ਇਵੇਂ ਜਿਹੜੇ ਹੈ ਸਨ ਵੈਰੀ ਤੇਰੇ, ਉਹਨਾਂ ਨੂੰ ਗੁਰਦੇਵ ਕਹਿੰਦੇ ਸੱਜਣ ਬਣਾਈ ਫਿਰਦਾ ਹੈ, ਉਹਨਾਂ ਨੂੰ ਆਪਣੇ ਦੱਸਦਾ ਹੈ। ਤੇ ਜਿਹੜੇ ਸੱਜਣ ਸਨ, ਸੱਜਣ ਤੇ ਉਹ ਨਾ ਆਮ, ਇਹ ਆਪਣੇ ਇਲਾਕੇ 'ਚ ਆਮ ਆਪਾਂ ਬੋਲਦੇ ਸੱਜਣ ਉਹ ਜਿਹੜਾ ਤੇਰੀ ਬਰਿਆਈ ਤੇਰੇ ਮੂੰਹ ਤੇ ਕਰੇ, ਜਿਹੜਾ ਤੇਰਾ ਔਗਣ ਤੈਨੂੰ ਦੱਸ ਦਵੇ। ਉਹ ਦੁਸ਼ਮਣੀ ਜਿਹੜਾ ਤੇਰੇ ਮੂੰਹ ਤੇ ਆਣ ਕੇ ਤੇਰਾ ਔਗਣ ਨਹੀਂ ਦੱਸਦਾ। ਕਹਿਣ ਲੱਗੇ ਜਿਹੜੇ ਸੱਜਣ ਸੰਤ ਪੁਰਖ ਸਨ ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਨੇ ਔਗਣਾ ਵੱਲੋਂ ਮੋੜ ਕਰਕੇ ਗੁਣਾ ਨਾਲ ਜੋੜਨਾ ਸੀ, ਉਹ ਦੁਸ਼ਮਣ ਬਣ ਗਏ। ਤੇ ਜਿਹੜੇ ਦੁਸ਼ਮਣ ਸਨ ਉਹਨਾਂ ਨੂੰ ਸੱਜਣ ਮੰਨੀ ਫਿਰਦਾ ਹੈ ਜੇ। ਹੋਵਨ ਕੌਰਾ ਅਨਹੋਵਨ ਮੀਠਾ। ਜਿਹੜੀ ਹੋਣੀ ਹੈ ਕੋਈ ਉਹ ਬੋਲ ਦਵੇ ਨਾ। ਪਰਮੇਸ਼ਰ ਦੇ ਪਿਆਰਿਆਂ ਨੇ ਕੀ ਕਿਹਾ? ਕਹਿਣ ਲੱਗੇ ਉਹ ਮਰ ਜਾਣਿਆ, ਚੇਤੇ ਰੱਖ ਇਹ ਸਰੀਰ ਸਦੀਵੀ ਨਹੀਂ ਹੋ। ਕਹਿੰਦਾ ਬਾਬਾ ਵੇਖ ਕਿੱਡਾ ਕਲਹਿਣਾ ਹੀ, ਕਿੱਡਾ ਕਲਹਿਣਾ, ਇਹਦਾ ਬੇੜਾ ਬਹਿ ਜੇ। ਜਦੋਂ ਆਓ ਇਹ ਮਰਨ ਮਰਾਉਣ ਦੀਆਂ ਗੱਲਾਂ ਕਰੂ, ਮਰਨ ਮਰਾਉਣ ਦੀਆਂ। ਜਿੰਨੇ ਇਹ ਦੱਸਿਆ ਮੌਤ ਨੇੜੇ ਹੀ, ਅੱਗਾ ਨੇੜਾ ਆਇਆ, ਪਿੱਛਾ ਰਹਿਆ ਦੂਰ। ਕਹਿੰਦਾ ਫਲਾਣੇ ਬਾਬੇ ਦੇ ਨਾਂ ਜਾਇਆ ਕਰੋ, ਸਰਾਪ ਦਿੰਦਾ ਜੇ, ਸਰਾਪ। ਤੇ ਜਿੰਨੇ ਕਿਹਾ ਨਾ ਜਿਉਂਦਾ ਰਹੋ, ਕਹਿੰਦੇ ਹੋਣੀ ਤੇ ਲੱਗੀ ਕੌੜੀ। ਜੋ ਹੋਣਹਾਰ ਹੈ ਉਹ ਕੌੜਾ ਲੱਗਦਾ ਹੈ। ਤੇ ਜਿਹੜੀ ਚੀਜ਼ ਹੋਣੀ ਨਹੀਂ, ਜੇ ਕਿਸੇ ਨੇ ਕਹਿ ਦਿੱਤਾ ਜਿਉਂਦਾ ਰਹਿ, ਕਹਿੰਦਾ ਐਸ ਦੇ ਕੋਲ ਵਿਆਹ ਕਰੋ, ਅਸੀਸਾਂ ਦਿੰਦਾ ਜੇ, ਅਸੀਸਾਂ, ਇਹ ਚੰਗਾ ਹੈ। ਮਹਾਰਾਜ ਕਹਿੰਦੇ ਸੁਭਾਅ ਕੀ ਬਣ ਗਿਆ। ਅਣਹੋਵਨ ਜਿਹੜਾ ਹੈ ਉਹਨੂੰ ਚੰਗਾ ਸਮਝੀ ਜਾਂਦਾ ਹੈ, ਤੇ ਜਿਹੜਾ ਹੋਣਹਾਰ ਹੈ ਉਹਨੂੰ ਕੌੜਾ ਮੰਨੀ ਜਾਂਦਾ ਹੈ। ਤੇ ਹੋਣੀ ਜਿਹੜੀ ਹੋਣੀ ਨਾ ਹੋਣ ਵਾਲੀ ਉਹਨੂੰ ਮਿੱਠਾ ਸਮਝੀ ਜਾਂਦਾ ਹੈ ਜੇ। ਵਿਖਿਆ ਮਹਿ ਲਪਟਾਏ ਜਰੇ। ਕਹਿੰਦੇ ਵਿਖਿਆ ਵਕਾਰਾਂ ਰੂਪੀ ਜ਼ਹਿਰ ਦੇ ਵਿੱਚ ਇਹ ਹਿਰਦਾ ਐਵੇਂ ਜੜਿਆ ਹੋਇਆ ਹੈ। ਜੜਿਆ ਜਿਵੇਂ ਕਿੱਲ ਲਾ ਕੇ ਨਹੀਂ ਜੜਿਆ ਹੁੰਦਾ ਕਿਤੇ, ਐਵੇਂ ਕਹਿੰਦੇ ਇਹ ਵਿਖਿਆ ਜ਼ਹਿਰ ਵਕਾਰਾਂ ਦੇ ਵਿੱਚ ਇਸ ਹਿਰਦੇ ਦੀ ਜੜੌਤ ਹੋਈ ਹੋਈ ਹੈ, ਅਥਵਾ ਵਕਾਰਾਂ ਨੂੰ ਭੋਗਦਾ ਹੋਇਆ ਇਹ ਸੜ ਰਿਹਾ ਹੈ ਜੀ। ਅੰਧਕੂਪ ਮਹਿ ਭਰਿਓ ਪੁਰਾਨੀ। ਅੰਨੇ ਅਗਿਆਨਤਾ ਦੇ ਖੂਹ ਦੇ ਵਿੱਚ ਇਹ ਪ੍ਰਾਣੀ ਪ੍ਰਾਣਾ ਧਾਰੀ ਜੀਵ ਡਿੱਗਿਆ ਹੋਇਆ ਹੈ ਜੀ। ਭਰਮ ਗੁਬਾਰ ਮੋਹ ਬੰਦ ਪਰੇ। ਮਹਾਰਾਜ ਇਹਦੇ ਚੋਂ ਬਾਹਰ ਨਿਕਲਣ ਦਾ ਯਤਨ ਕਿਉਂ ਨਹੀਂ ਕਰਦਾ? ਕਹਿੰਦੇ ਭਾਈ ਇੱਕ ਤੇ ਅਗਿਆਨਤਾ ਦਾ ਖੂਹ ਹੈ, ਇੱਕ ਤੇ ਭਾਈ ਕੋਈ ਖੂਹ ਚ ਡਿੱਗਾ ਹੋਵੇ ਤੇ ਉਤੋਂ ਖੂਹ ਇੰਨਾ ਡੂੰਘਾ ਹੋਵੇ ਕਿ ਘੁੱਪ ਹਨੇਰਾ ਹੀ ਹੋਵੇ, ਆਵਾਜ਼ ਬਾਹਰ ਪਹੁੰਚੇ ਹੀ ਨਾ, ਡੂੰਘਾ ਹੋਣ ਕਰਕੇ ਤੇ ਹਨੇਰੇ ਕਰਕੇ ਕੋਈ ਵਿੱਚੋਂ ਵੇਖ ਕੇ ਤੇ ਬਾਹ ਪਕੜ ਕੇ ਖਿੱਚ ਨਾ ਸਕਦਾ ਹੋਵੇ, ਕੋਈ ਯਤਨ ਕਰਕੇ ਉਹਨੂੰ ਬਾਹਰ ਨਾ ਕੱਢ ਸਕਦਾ ਹੋਵੇ। ਮਹਾਰਾਜ ਇਸ ਅਵਿਦਿਆ ਰੂਪੀ ਅਗਿਆਨਤਾ ਰੂਪੀ ਖੂਹ ਦੇ ਵਿੱਚ ਕਿਹੜਾ ਹਨੇਰਾ ਹੈ? ਕਹਿਣ ਲੱਗੇ ਮੋਹ ਗੁਬਾਰ। ਸੋ ਜਿਹੜਾ ਮੋਹ ਦਾ ਹੈ, ਭਰਮ ਗੁਬਾਰ ਮੋਹ ਬੰਦ ਪਰੇ। ਭਰਮ ਦਾ ਗੁਬਾਰ ਹਨੇਰਾ ਕਾਹਦਾ? ਮੋਹ ਦਾ ਪਿਆ ਹੋਇਆ। ਸੋ ਜਿਹੜਾ ਪਰਿਵਾਰਕ ਜੀਆਂ ਦਾ, ਪਦਾਰਥਾਂ ਦਾ ਮੋਹ ਹੈ, ਇਹੋ ਹੀ ਇਸ ਅਗਿਆਨਤਾ ਰੂਪੀ ਖੂਹ ਚੋਂ ਬਾਹਰ ਨਿਕਲ ਨਹੀਂ ਦਿੰਦਾ। ਇਹ ਸਦੀਵ ਕਾਲ ਇਹਦੇ ਵਿੱਚ ਹੀ ਇਹਨੂੰ ਧੱਕੀ ਰੱਖਦਾ ਹੈ ਜੇ। ਕਹੋ ਨਾਨਕ ਪ੍ਰਭ ਹੋਤ ਦਿਆਰਾ। ਸੋ ਪਹਿਲਾਂ ਬੇਨਤੀਆਂ ਕੀਤੀਆਂ ਸੀ, ਇਹ ਤੇ ਦੱਸਤੀ ਮਨ ਦੀ ਅਵਸਥਾ।
ਇਹ ਦੱਸਤੀ ਪ੍ਰਾਣਾਧਾਰੀ ਜੀਵਾਂ ਦੀ ਅਵਸਥਾ ਕਿ ਆਹ ਰੋਗ ਲੱਗਿਆ, ਆਹ ਰੋਗ। ਧੰਨ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲੂ ਜੀ ਉਹ ਆਪ ਜੀ ਦੇ ਪਾਸ ਆਏ ਸਾਂ ਸਾਡੇ ਦੁੱਖ ਦੂਰ ਹੋ ਜਾਣ। ਪਰ ਮਹਾਰਾਜ ਆ ਇੰਨੇ ਦੁੱਖ ਸੁਣ ਕੇ ਤੇ ਮੈਨੂੰ ਇਹ ਲੱਗ ਗਿਆ, ਪਤਾ ਲੱਗ ਗਿਆ ਏ ਕਿ ਮੇਰੀ ਮੁਕਤੀ ਦਾ ਸਾਧਨ ਕੋਈ ਨਹੀਂ, ਮੈਂ ਤੇ ਐਵੇਂ ਹੀ ਰਹਿ ਜਾਵਾਂਗਾ, ਮੈਂ ਨਹੀਂ ਤਰ ਸਕਦਾ। ਕਹਿਣ ਲੱਗੇ ਨਹੀਂ ਭਾਈ ਐਵੇਂ ਚਿੰਤਾ ਨਾ ਕਰ, ਐਵੇਂ ਮਨ ਨੂੰ ਢਿੱਲਾ ਜਿਹਾ ਨਾ ਕਰ ਲਈ, ਕੋਈ ਗੱਲ ਨਹੀਂ, ਪਰਵਾਹ ਨਾ ਕਰ। ਮਹਾਰਾਜ ਪਰਵਾਹ ਕਿਉਂ ਨਾ ਕਰਾਂ? ਆ ਜਿੰਨੀਆਂ ਬਿਮਾਰੀਆਂ ਤੁਸੀਂ ਗਣਾਈਆਂ ਜੇ, ਮੋਹ ਦੀ ਮੈਨੂੰ, ਅਵਿਦਿਆ ਦੀ ਮੈਨੂੰ, ਵਿਕਾਰੀਆਂ ਦੀ ਸੰਗਤ ਮੈਂ ਕਰਦਾ, ਇੱਕ ਪਲ ਵੀ ਮੇਰਾ ਚਿੱਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਾਸੇ ਨਹੀਂ ਜਾਂਦਾ। ਸਤ ਸੰਤੋਖ ਦਇਆ ਧਰਮ ਕਦੀ ਮੈਨੂੰ ਪੈਦਾ ਹੀ ਨਹੀਂ ਹੁੰਦੇ ਮੇਰੇ ਹਿਰਦੇ 'ਚ। ਮੇਰਾ ਸੁਭਾਅ ਤੇ ਅਜਿਹਾ ਬਣ ਗਿਆ ਮਹਾਰਾਜ। ਸੋ ਜੇ ਕੋਈ ਕਵੇ ਵੀ ਨਾ ਕਿ ਅੱਗ ਨਾ ਲਾਇਆ ਕਰ ਖੇਤਾਂ ਨੂੰ, ਮਿੱਤਰਾ ਬੜੇ ਜੀਵ ਸੜ ਕੇ ਸਵਾਹ ਹੋ ਜਾਂਦੇ। ਧਰਤੀ ਦੇ ਮਿੱਤਰ ਕੀੜੇ ਵੀ ਜਿਹੜੇ ਤੈਨੂੰ ਲਾਭ ਪਹੁੰਚਾਉਣ ਵਾਲੇ ਨੇ ਉਹ ਵੀ ਸੜ ਜਾਣੇ ਨੇ। ਪਵਨ ਗੁਰੂ ਪਾਣੀ ਪਿਤਾ ਦਾ ਮੈਂ ਸਿਧਾਂਤ ਭੁੱਲ ਚੁੱਕਿਆ ਮਹਾਰਾਜ। ਸਾਰੇ ਹੀ ਔਗਣ ਮੇਰੇ, ਸਾਰੇ ਦੇ ਸਾਰੇ, ਮੈਂ ਸਾਰੇ ਹੀ ਕੁਕਰਮ ਕਰਦਾ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ। ਮੈਨੂੰ ਲੱਗ ਗਿਆ ਪਤਾ ਮੈਂ ਹੁਣ ਬਚਣਾ ਨਹੀਂ। ਇੰਨੇ ਔਗਣ ਜਿਹਦੇ ਵਿੱਚ ਹੋਣ ਉਹਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ? ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ ਕਹੋ ਨਾਨਕ ਪ੍ਰਭ ਹੋਤ ਦਇਆਰਾ। ਭਾਈ ਗੁਰਸਿੱਖਾ ਜੇ ਤੇ ਪਰਮੇਸ਼ਰ ਵਾਹਿਗੁਰੂ ਦਿਆਲੂ ਹੋ ਜਾਵੇ, ਜੇ ਤੇ ਪਰਮੇਸ਼ਰ ਰਹਿਮਤ ਕਰ ਦੇਵੇ, ਜਿਹਨੂੰ ਆਪਣਾ ਮੰਨ ਲਵੇ, ਆਪਣਾ ਜਾਣ ਕਰਕੇ ਜਿਹਦੀ ਭਾਵਨਾ ਭਾ ਜਾਵੇ, ਜਿੰਨੇ ਗਰੀਬ ਹੋ ਕਰਕੇ ਬੇਨਤੀ ਕਰ ਦਿੱਤੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਇੱਛਾ ਕੀ ਹੈ? ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰ। ਭਾਈ ਕੇ ਤੋਂ ਪ੍ਰਤਪਾਲਨਾ ਕਰਨੀ। ਕਹਿੰਦੇ ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦਾ ਮੋਹਿ ਬਚਾਵੋ। ਸੁਖੀ ਬਸੈ ਮੋਰ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰ। ਸੋ ਜਿਨੇ ਇਹ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਦੇ ਪਾਸ, ਉਹਦੀ ਬੇਨਤੀ ਭਾ ਗਈ ਸਤਿਗੁਰੂ ਸਾਹਿਬ ਜੀ ਦੇ ਦਿਆਲੂ ਹਿਰਦੇ ਨੂੰ, ਜਿਹੜੇ ਸਦਾ ਵਾਸਤੇ ਦਿਆਲਤਾ ਕਰਨ ਵਾਲੇ ਹਨ। ਕਹਿੰਦੇ ਜਿਨ੍ਹਾਂ ਤੇ ਭਾਈ ਦਿਆਲ ਹੋ ਗਏ, ਗੁਰ ਭੇਟਾ ਕਾਢੈ ਬਾਹ ਫਰੇ। ਕਹਿੰਦੇ ਸਤਿਗੁਰੂ ਸਾਹਿਬ ਜੀ ਨੂੰ ਜਿਨ੍ਹਾਂ ਨੇ ਸੇਵਿਆ ਪੂਜਿਆ ਹੈ ਨਾ ਗੁਰਸਿੱਖੋ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਾਹ ਪਕੜ ਕਰਕੇ ਆਪ ਦਿਆਲਤਾ ਕੀਤੀ ਹੈ। ਬਾਹੋਂ ਪਕੜ ਕਰਕੇ ਸੋ ਪਏ ਹੋਏ ਵਿਕਾਰਾਂ ਦੀ ਅੱਗ ਵਿੱਚ ਸੜਦਿਆਂ ਨੂੰ ਬਾਹੋਂ ਪਕੜ ਕਰਕੇ ਬਾਹਰ ਕੱਢ ਕਰਕੇ ਸੰਗੀ ਪ੍ਰੇਮੀ ਨੇਮੀ ਸਤ ਸੰਗੀ ਪਰਮੇਸ਼ਰ ਦੇ ਪਿਆਰੇ ਮਹਾਤਮਾ ਮਹਾਂਪੁਰਖ ਬਣਾ ਦਿੱਤਾ ਉਹਨਾਂ ਨੂੰ, ਜਿਨ੍ਹਾਂ ਤੇ ਕਿਰਪਾ ਕੀਤੀ, ਜਿਨ੍ਹਾਂ ਦੀ ਭਾਵਨਾ ਭਾ ਗਈ। ਜਿਵੇਂ ਭਾਈ ਦਾਨੇ ਦੀ ਭਾਵਨਾ ਭਾ ਗਈ ਨਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ, ਸਾਰੇ ਹੀ ਆਣ ਕੇ ਮਹਾਰਾਜ ਜੀ ਪਾਸੋਂ ਮਾਇਆ ਮੰਗਦੇ ਨੇ। ਭਾਈ ਦਾਨੇ ਨੇ ਸਮਝਾਇਆ ਨਾਲਦਿਆਂ ਨੂੰ, ਕਹਿਣ ਲੱਗੇ ਉਹ ਨਹੀਂ, ਗੁਰੂ ਕੋਲੋਂ ਮਾਇਆ ਨਹੀਂ, ਮੁਕਤੀ ਮੰਗੋ ਮੁਕਤੀ। ਧੰਨ ਭਾਈ ਦਾਨਾ ਜੀ। ਸੋ ਭਾਈ ਦਾਨਾ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ ਭਾਈ ਦਾਨਿਆ ਮੁਕਤੀ ਤਾਂ ਨਹੀਂ ਮਿਲ ਸਕਦੀ, ਮਾਇਆ ਦੇ ਦੇਵਾਂਗੇ। ਮਹਾਰਾਜ ਨਹੀਂ, ਆਪ ਕਿਰਪਾ ਕਰੋ ਮੁਕਤੀ ਦਿਓ। ਨਹੀਂ ਭਾਈ ਦਾਨਿਆ ਤੂੰ ਅਸੀਂ ਮਰਿਆਦਾ ਬਣਾ ਦਿੱਤੀ ਹੈ, ਜਿਹੜਾ ਅੰਮ੍ਰਿਤਧਾਰੀ ਹੋਵੇਗਾ, ਪੰਜਾਂ ਕਕਾਰਾਂ ਦੀ ਰਹਿਤ ਰੱਖੇਗਾ, ਇਹ ਬਖਸ਼ਿਸ਼ ਉਹਦੇ ਤੇ ਹੀ ਹੋਵੇਗੀ। ਮਹਾਰਾਜ ਮੈਂ ਬੀੜਾ ਲਾਉਣਾ, ਮੇਰਾ ਦਮ ਘੁੱਟ ਜਾਵੇਗਾ, ਮੈਨੂੰ ਦੱਬੂ ਪੈ ਜਾਂਦਾ ਜੇ ਨਾ ਲਾਵਾਂ। ਤੇ ਮਹਾਰਾਜ ਕਹਿੰਦੇ ਗੁਰੂ ਘਰ ਤੇ ਭਰੋਸਾ ਰੱਖ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾ ਕਰਨਗੇ, ਤੂੰ ਅੰਮ੍ਰਿਤ ਛਕ ਲੈ, ਤੇਰੇ ਸਾਰੇ ਰੋਗ ਕੱਟੇਗਾ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਭਾਈ ਦਾਨੇ ਤੇ। ਮਹਾਰਾਜ ਮੈਂ ਸਿਰ ਦੇ ਵਾਲ ਕਟਾਉਣਾ ਏ, ਇਹ ਐਵੇਂ ਚੱਲ ਜਾਵੇਗਾ? ਮਹਾਰਾਜ ਕਹਿਣ ਲੱਗੇ ਨਹੀਂ ਭਾਈ ਦਾਨਿਆ, ਅਸੀਂ ਜੂੜੇ ਤੋਂ ਪਛਾਣ ਕੇ, ਤੇ ਜੇ ਕਿਤੇ ਸਾਡਾ ਸਿੱਖ ਕੋਈ ਭੈੜੇ ਕਰਮ ਕਰਕੇ ਕੋਈ ਉਹਦੇ ਕੋਲੋਂ ਅਵੱਗਿਆ ਹੋ ਜਾਵੇ, ਜੇ ਕਿਤੇ ਨਰਕਾਂ ਦੀ ਅੱਗ 'ਚ ਸੜਦਾ ਹੋਵੇਗਾ, ਤੇ ਅਸੀਂ ਸਿਰ ਦੇ ਕੇਸਾਂ ਤੋਂ ਪਛਾਣ ਕੇ ਤੇ ਆਪਣੇ ਨੂੰ ਕੱਢਦੇ ਹਾਂ। ਕਹਿਣ ਲੱਗੇ ਮੇਰੇ ਦਾੜੇ ਨੂੰ ਵੇਖ ਲਿਓ। ਕਹਿੰਦੇ ਦਾੜਾ ਤੇ ਤੇਰਾ ਦਿਸਣਾ ਹੀ ਨਹੀਂ ਸਾਨੂੰ। ਠੀਕ ਹੈ ਮਹਾਰਾਜ, ਮੈਂ ਕੇਸ ਵੀ ਰੱਖ ਲਏ, ਅੰਮ੍ਰਿਤਧਾਰੀ ਹੋ ਗਿਆ। ਭਾਈ ਦਾਨ ਸਿੰਘ ਨੇ ਅੰਮ੍ਰਿਤ ਛਕ, ਸੋ ਭਾਈ ਦਾਨਾ ਅੰਮ੍ਰਿਤ ਛਕ ਕੇ ਭਾਈ ਦਾਨ ਸਿੰਘ ਬਣਿਆ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਹਾਜ਼ਰ ਹੋਏ। ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਦੀ ਦਾਤ ਦਿੱਤੀ ਹੈ। ਮੰਗ ਭਾਈ ਦਾਨ ਸਿੰਘ ਹੁਣ ਕੀ ਮੰਗਦਾ ਹੈ? ਕਹਿਣ ਲੱਗੇ ਮਹਾਰਾਜ ਆਪ ਕਿਰਪਾ ਕਰੋ,
ਰਹਿਮਤ ਕਰੋ। ਪੀੜੀ ਕ ਜੋਗੀ ਥਾਂ, ਜਿਹੜੀ ਨਾ ਪੀੜੀ ਜੋਗੀ ਥਾਂ ਮੈਨੂੰ ਆਪਣੇ ਚਰਨਾਂ 'ਚ ਸੱਚਖੰਡ ਘਰ ਵਿੱਚ ਦੇ ਦਿਓ। ਕਿਰਪਾਲੂ ਜੀ ਨੇ ਬਚਨ ਕੀਤੇ, ਭਾਈ ਦਾਨ ਸਿੰਘ ਪੀੜੀ ਕੀ ਮੰਜਾ ਡਾਹ ਕੇ ਬੈਠ ਜਾਈ, ਮੰਜਾ ਡਾਹ ਕਰਕੇ। ਤੇਰੇ ਤੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਨਾਲ ਬਚਨ ਕੀਤੇ, ਕਹਿੰਦੇ ਤੇਰੀ ਭਾਵਨਾ ਵੇਖ ਕੇ ਸਾਰੇ ਮਾਲਵੇ ਨੂੰ ਸਿੱਖੀ ਦਿੱਤੀ, ਸਾਰੇ ਮਾਲਵੇ। ਐਸੀ ਬਖਸ਼ਿਸ਼ ਵਾਲੇ ਸਤਿਗੁਰੂ ਸਾਹਿਬ ਜੀ, ਜਿਹਦੀ ਭਾਵਨਾ 'ਚ ਭਾ ਗਈ ਮਹਾਰਾਜ ਜੀ ਨੂੰ, ਜਿਹਦੀ ਮੰਗ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਗੁਰਸਿੱਖੋ। ਸੋ ਮਹਾਂਪੁਰਖਾਂ ਦੇ ਇਹ ਬਚਨ ਹਨ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ, ਗੁਰੂ ਕੋਲੋਂ ਮੰਗਣ ਵਾਲੀ ਚੀਜ਼ ਹੀ ਗੁਰਸਿੱਖੀ ਹੈ। ਗੁਰਸਿੱਖੀ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗੀਏ। ਗੁਰਦੇਵ ਸਾਡੇ ਤੇ ਕਿਰਪਾ ਕਰਨ। ਜਿਨ੍ਹਾਂ ਦੀ ਭਾਵਨਾ ਭਾ ਗਈ ਉਹਨਾਂ ਤੇ ਕਿਰਪਾਲੂ ਜੀ ਕਿਰਪਾ ਕਰ ਦਿੰਦੇ ਨੇ। ਬਾਂਹ ਪਕੜ ਕਰਕੇ ਉਹਨਾਂ ਨੂੰ ਨਰਕ ਘੋਰ 'ਚ ਸੜਦਿਆਂ ਹੋਇਆਂ ਨੂੰ ਕੱਢ ਕੇ ਬਾਹਰ ਲੈ ਆਉਂਦੇ ਨੇ। ਇੱਥੋਂ ਤੱਕ ਬਚਨ ਕਲਗੀਧਰ ਪਿਤਾ ਜੀ ਦੇ, ਜੇ ਭਾਈ ਇੱਕ ਵਾਰੀ ਤੇਰੀ ਰਗਾਂ 'ਚੋਂ ਅੰਮ੍ਰਿਤ ਲੰਘ ਗਿਆ, ਮੈਂ 10,000 ਜਨਮ ਤੈਨੂੰ ਟੇਢੀਆਂ ਜੂਨਾਂ 'ਚ ਨਹੀਂ ਪੈਣ ਦਿੰਦਾ। ਐਸੇ ਸਤਿਗੁਰੂ ਸਾਹਿਬ ਜੀ ਪਿਆਰੇ ਕਲਗੀਧਰ ਪਿਤਾ ਜੀ ਦਾ ਪਾਵਨ ਦਿੱਤਾ ਹੋਇਆ ਅੰਮ੍ਰਿਤ ਭਲਾ ਕਾਤੋਂ ਨਾ ਛਕੀਏ। ਸੋ ਛੇਤੀ ਦੇਣੇ ਅਰਦਾਸ ਕਰਕੇ ਜਹਾਜ਼ੇ ਚੜ ਜਾਣਾ ਚਾਹੀਦਾ। ਗੁਰਦੇਵ ਕਿਰਪਾ ਕਰੋ, ਪਿਛਲੇ ਔਗਣ ਬਖਸ਼ ਕੇ ਤੇ ਮਹਾਰਾਜ ਅੱਗੇ ਆਪਣੇ ਚਰਨਾਂ ਨਾਲ ਜੋੜੀ ਰੱਖੋ ਜੀ। ਇਹ ਪਾਵਨ ਪਵਿੱਤਰ ਉਪਦੇਸ਼ ਹੁਕਮ ਦੁਆਰਾ, ਹੁਕਮਨਾਮੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਸੀ। ਹੁਣ ਜੋ ਲੜੀਵਾਰ ਕਥਾ ਵਿੱਚ ਕਿਰਪਾ ਕਰ ਰਹੇ ਨੇ, ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੇ। ਜਿਹ ਸਿਮਰਨ ਹੋਏ ਮੁਕਤ ਦੁਆਰ। ਧੰਨ ਕਿਰਪਾਲੂ ਜੀ ਮੋਹਰ ਲਾ ਰਹੇ ਨੇ। ਮਿੱਤਰਾ ਪੁੱਛਿਆ ਮਹਾਰਾਜ ਕਿਵੇਂ ਮੁਕਤੀ ਹੋ ਸਕਦੀ ਹੈ, ਕਿਵੇਂ ਤੁਸੀਂ ਬਾਂਹ ਫੜੋਗੇ? ਕਹਿਣ ਲੱਗੇ ਭਾਈ ਜਿਸ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਕਰਨੇ ਤੇ ਮੁਕਤੀ ਦਾ ਦਿਵਾਰਾ ਪ੍ਰਾਪਤ ਹੋ ਜਾਂਦਾ, ਮੁਕਤ ਹੋ ਜਾਂਦੇ ਨੇ ਜੀਵ। ਸੋ ਕਿੰਨਿਆਂ ਕੁ ਦੀ ਗਿਣਤੀ ਕਰੀਏ? ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਬਖਿਆਤ ਹੋ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਸੀਂ ਪਹਿਲੇ ਜਾਮੇ ਤੋਂ ਲੈ ਕਰਕੇ ਤੇ ਹੁਣ ਤੱਕ ਜਿੰਨੇ ਤਾਰ ਦਿੱਤੇ ਨੇ, ਦੁਨੀਆ ਦੇ ਜਿਹੜੇ ਵਿਗਿਆਨੀ ਨੇ ਉਹ ਤਾਰੇ ਤੇ ਗਿਣ ਸਕਦੇ ਨੇ, ਪਰ ਤੁਹਾਡੇ ਤਾਰੇ ਹੋਏ ਗਿਣੇ ਨਹੀਂ ਜਾ ਸਕਦੇ। ਜਿਹਦੀ ਸਿਮਰਨ ਭਗਤੀ ਕਰਕੇ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਜਾਂਦਾ ਹੈ। ਜਾਹੇ ਬੈਕੁੰਠ ਨਹੀਂ ਸੰਸਾਰ। ਕਹਿੰਦੇ ਜਾਹੋਗੇ ਕਿੱਥੇ ਜੀ, ਕੀ ਹੋਵੇਗਾ? ਕਹਿੰਦੇ ਬੈ ਜਿਹੜੇ ਵਿਕਾਰ ਹਨ, ਜਿਹੜੀਆਂ ਵਾਸ਼ਨਾਵਾਂ ਹਨ, ਉਹ ਕੁੰਠ ਰੁਕ ਜਾਂਦੀਆਂ ਨੇ। ਜਾਹੋਗੇ ਬੈਕੁੰਠ ਸੱਚਖੰਡ ਘਰ ਦੇ ਵਿੱਚ, ਨਹੀਂ ਸੰਸਾਰ। ਸੰਸਾਰ ਸਮੁੰਦਰ ਵਿੱਚ ਫਿਰ ਗੋਤੇ ਨਹੀਂ ਲੱਗਣਗੇ ਜੇ। ਨਿਰਭਉ ਕਾ ਘਰ ਬਜਾਵੇ ਦੂਰ। ਕਹਿੰਦੇ ਨਿਰਭਉ ਦਾ ਘਰ ਕਿਹੜਾ ਜੀ? ਭਉ ਤੋਂ ਰਹਿਤ ਕੀ ਹੈ? ਸਤਿਗੁਰੂ ਸਾਹਿਬ ਜੀ। ਤੇ ਪਰਮੇਸ਼ਰ ਦਾ ਘਰ ਕੀ ਹੈ? ਸਾਧ ਸੰਗਤ। ਕਹਿੰਦੇ ਪਰਮੇਸ਼ਰ ਵਾਹਿਗੁਰੂ ਦੀ ਪਿਆਰੀ ਸਾਧ ਸੰਗਤ ਨਾਲ ਮਿਲ ਕਰਕੇ ਨਾ ਤੂਰ ਵਾਜੇ, ਭਗਤੀ ਰੂਪੀ ਵਾਜੇ ਵਜਾਉਣੇ ਨੇ, ਭਗਤੀ ਰੂਪੀ ਵਾਜੇ। ਇੱਥੇ ਬੈਠ ਕਰਕੇ ਜਿਹੜੀ ਪ੍ਰੇਮਾ ਭਗਤੀ ਕਰਨੀ ਹੈ, ਜਿਹੜਾ ਵਾਹਿਗੁਰੂ ਵਾਹਿਗੁਰੂ ਧੁਨੀ ਦੇ ਸਹਿਤ ਗਾਉਣਾ। ਸੋ ਸਤਨਾਮ ਵਾਹਿਗੁਰੂ ਦਾ ਜਾਪ, ਮੂਲ ਮੰਤਰ ਦਾ ਅਭਿਆਸ, ਸ੍ਰੀ ਜਪਜੀ ਸਾਹਿਬ ਜੀ ਦਾ ਅਭਿਆਸ। ਸੋ ਜਿਵੇਂ ਗੁਰੂ ਕੇ ਪਿਆਰੇ ਸਿੱਖ ਸੋ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਇਕੱਤਰ ਹੋ ਕਰਕੇ ਸੋ ਜਪਜੀ ਸਾਹਿਬ ਜੀ ਦੇ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ, ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਵਿੱਚ ਕਰਦੇ ਨੇ। ਸੋ ਭਾਈ ਬਖਸ਼ਿਸ਼ ਹੋਵੇਗੀ ਕਿਉਂ ਨਹੀਂ? ਕਿੰਨੇ ਹਜ਼ਾਰਾਂ ਗੁਰਸਿੱਖਾਂ ਨੇ ਇਕੱਠੇ ਬੈਠ ਕਰਕੇ ਸੋ ਇੱਕ ਜਪਜੀ ਸਾਹਿਬ ਨਹੀਂ ਕੀਤਾ। ਜਿੰਨੇ ਸਿੱਖ ਬੈਠੇ ਉਹਨਿਆਂ ਨਾਲ ਉਹਨੂੰ ਗੁਣਾ ਕਰੀ ਜਾਓ। ਵੇਖ ਲਓ ਕਿੰਨੇ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਹੋ ਜਾਂਦੇ ਨੇ। ਇਹ ਹੈ ਅਸਲੀ ਵਾਜਾ ਵਜਾਉਣਾ। ਇਹ ਵਾਜਾ ਇੱਕ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਭਾਈ ਗੋਪਾਲੇ ਨੂੰ ਬ੍ਰਹਮ ਗਿਆਨ ਦੀ ਦਾਤ ਦਵਾ ਸਕਦਾ ਹੈ। ਸੋ ਇੱਥੋਂ ਤੱਕ ਮਹਾਰਾਜ ਤਿਆਰ ਹੋ ਜਾਣ ਕਿ ਭਾਈ ਗੋਪਾਲੇ ਨੂੰ ਗੁਰਤਾ ਗੱਦੀ ਤੇ ਸਭਾਏਮਾਨ ਕਰ ਦਈਏ। ਉਹ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹਜ਼ਾਰਾਂ ਸੰਗਤਾਂ ਇਕੱਤਰ ਹੋ ਕੇ ਕਰਨ। ਆ ਸੰਸਾਰੀ ਦੁੱਖ ਸੁੱਖ ਇਹ ਕੀ ਹੋਇਆ ਭਾਈ? ਇਹ ਤੇ ਛਿਣ ਭਰ ਦੇ ਵਿੱਚ ਹੀ ਕੱਟੇ ਜਾ ਸਕਦੇ ਨੇ। ਸ੍ਰੀ ਜਪਜੀ ਸਾਹਿਬ ਜੀ ਦੀ ਸ਼ਕਤੀ ਤੇ ਇਹ ਤੋਂ ਕਿਤੇ ਮਹਾਨ ਹੈ, ਕਿਤੇ ਮਹਾਨ। ਜੇ ਇਹ ਸੋਚਣਾ ਕਿ ਉੱਥੇ ਜੀ ਸਾਨੂੰ ਬਾਣੀ ਪੜ੍ਹ ਕੇ ਤੇ ਇੰਨਾ ਕੀ ਫਲ ਪ੍ਰਾਪਤ ਹੋਇਆ ਹੈ ਕਿ ਸਾਡੇ ਦੁੱਖ ਸੁੱਖ ਕੱਟੇ ਗਏ, ਅਸੀਂ ਸੁਖੀ ਹੋ ਗਏ ਹਾਂ। ਸੰਸਾਰਕ ਸੁੱਖਾਂ ਤੋਂ ਪਰੇ ਬੈਕੁੰਠ ਤੇ ਸੁਖ ਦੇਣ ਵਾਲੀ ਪਰਮੇਸ਼ਰ ਵਾਹਿਗੁਰੂ ਦੀ ਇਹ ਪਾਵਨ ਬਾਣੀ ਹੈ। ਇਹ ਦੋਵਾਂ ਹੀ ਲੋਕਾਂ 'ਚ ਸੁਖੀ ਕਰਨ ਵਾਲੀ ਹੈ। ਐਸੀ ਜੋ ਪਾਵਨ ਬਾਣੀ ਹੈ ਉਹਦੇ ਵਾਜੇ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ
ਸੋ ਭਾਈ ਜਿਹੜਾ ਬਾਣੀ ਨੂੰ ਪੜਨਾ ਇਹੋ ਹੀ ਅਸਲੀ ਵਾਜਾ ਵਜਾਉਣਾ ਹੈ ਜੇ। ਅਨਹਦ ਬਜਹਿ ਸਦਾ ਭਰਪੂਰ। ਕਹਿੰਦੇ ਹੱਦ ਤੋਂ ਰਹਿਤ ਜਿਹੜਾ ਸਿਮਰਨ ਭਗਤੀ ਪਰਮੇਸ਼ਰ ਵਾਹਿਗੁਰੂ ਦੀ ਏ। ਕਈ ਤੇ ਬਾਹਰਲੇ ਵਾਜਿਆਂ ਨੂੰ ਸੁਣੀ ਜਾਂਦੇ, ਜੋਗੀਆਂ ਨੇ ਹੋਰ ਹੀ ਕੁਝ ਸੁਣ ਲਿਆ, ਅਨਹਦ ਧੁਨੀ। ਸੋ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾ ਵਾਲੇ ਮਹਾਂਪੁਰਖ ਸਿੰਘਾਂ ਨੇ ਪੁੱਛਿਆ, ਮਹਾਂਪੁਰਖੋ ਅਨਹਦ ਧੁਨ ਕੀ ਹੈ? ਕਹਿੰਦੇ ਜਿਹੜੇ ਜੋਗੀ ਕਹਿੰਦੇ ਨੇ ਉਹ ਬਾਂਹ ਤੇ ਵਜਾ ਕੇ ਵਿਖਾਲ ਦਿੱਤੀ, ਬਾਂਹ ਤੇ। ਪਰ ਕਹਿਣ ਲੱਗੇ ਗੁਰਸਿੱਖੋ ਜਿਹੜੀ ਪ੍ਰੇਮਾ ਭਗਤੀ ਦੀ ਅਨਹਦ ਧੁਨੀ ਹੈ। ਸਿੰਘਾਂ ਨੇ ਦੱਸਿਆ, ਬਚਨ ਕੀਤੇ, ਕਹਿਣ ਲੱਗੇ ਜਿਹੜੀ ਪ੍ਰੇਮਾ ਭਗਤੀ ਦੀ ਅਨਹਦ ਧੁਨੀ ਹੈ ਨਾ, ਜੇ ਇਹੋ ਹੀ ਮੰਨ ਲਈਏ ਕਿ ਆ ਜਿਹੜੇ ਬਾਹਰਲੇ ਵਾਜੇ ਵੱਜਦੇ ਨੇ ਇਹੋ ਹੀ ਅਨਹਦ ਧੁਨ ਹੈ, ਕਹਿੰਦੇ ਇਹ ਸਰੀਰ ਦੇ ਨਾਲ ਖਤਮ ਹੋ ਜਾਣਗੇ। ਪਰ ਪਰਮੇਸ਼ਰ ਵਾਹਿਗੁਰੂ ਦੀ ਜਿੰਨਾ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਦੀ ਅਨਹਦ ਧੁਨੀ ਸਦੀਵ ਕਾਲੀ ਇਹ ਸਰੀਰ ਤੋਂ ਬਾਅਦ ਵੀ ਵੱਜਦੀ ਰਹਿੰਦੀ ਹੈ, ਸੁਰਤੀ ਜੁੜੀ ਰਹਿੰਦੀ ਹੈ ਜੇ। ਐਸਾ ਸਿਮਰਨ ਕਰ ਮਨ ਮਾਹੇ। ਇਸ ਕਰਕੇ ਕਹਿੰਦੇ ਭਾਈ ਐਸਾ ਸਿਮਰਨ ਪ੍ਰੇਮਾ ਭਗਤੀ ਮਨ ਕਰਕੇ ਕਰਨਾ ਕਰ। ਬਿਨ ਸਿਮਰਨ ਮੁਕਤ ਕਤ ਨਾਹੀ। ਬਿਨਾਂ ਸਿਮਰਨ ਤੋਂ ਮੁਕਤੀ ਨਹੀਂ ਮਿਲ ਸਕਦੀ, ਬਿਨਾਂ ਰੱਬ ਨੂੰ ਚੇਤੇ ਕਰਨ ਤੋਂ ਮੁਕਤ ਨਹੀਂ ਹੋ ਸਕਦਾ। ਸੱਜਣਾ, ਜਿਨ੍ਹਾਂ ਜਿਨ੍ਹਾਂ ਪਰਮੇਸ਼ਰ ਨੂੰ ਚੇਤੇ ਕੀਤਾ ਹੈ ਉਹ ਐਰਾਪਤ ਹਾਥੀ ਵਰਗੇ ਵੀ ਮੁਕਤ ਹੋ ਗਏ, ਗਣਕਾ ਪਾਪਣ ਵਰਗੇ ਵੀ ਮੁਕਤ ਹੋ ਗਏ। ਫਿਰ ਇਸੇ ਤਰੀਕੇ ਨਾਲ ਅਜਾਮਲ ਪਾਪੀ ਵਰਗੇ ਵੀ ਤਰ ਗਏ। ਉਹਨੂੰ ਚੇਤੇ ਜ਼ਰੂਰ ਕਰਨਾ ਪਵੇਗਾ। ਸਿਮਰਨ ਦਾ ਅਰਥ ਹੈ ਚੇਤੇ ਕਰਨਾ। ਉਹਨੂੰ ਚੇਤੇ ਕਰ, ਉਹ ਤੈਨੂੰ ਚੇਤੇ ਕਰੇ, ਤੇਰੀ ਮੁਕਤੀ ਹੋ ਜਾਵੇਗੀ ਜੀ। ਰਹਾਉ ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਜੇ ਸਿਮਰਨ ਨਾਹੀ ਨਨਕਾਰ। ਕਹਿੰਦੇ ਮਹਾਰਾਜ ਇਹ ਸਿਮਰਨ ਦਾ ਫਾਇਦਾ ਕੀ? ਕਹਿੰਦੇ ਸਿਮਰਨ ਕਰਨੇ ਤੇ ਤੇਰੇ ਰੁਕਾਵਟ ਕੋਈ ਨਹੀਂ ਪਵੇਗੀ। ਰੇ ਰੇ ਦਰਗਹਿ ਕਹੈ ਨ ਕੋਊ, ਆਓ ਬੈਠ ਆਦਰ ਸਭ ਦੇਊ। ਕਹਿਣ ਲੱਗੇ ਕੋਈ ਤੈਨੂੰ ਰੁਕਾਵਟ ਨਹੀਂ ਪਾਵੇਗਾ, ਕਿਤੇ ਤੇਰੀ ਲਹਾਈ ਨਹੀਂ ਹੋਵੇਗੀ। ਮੁਕਤ ਕਰੈ ਉਤਰੈ ਬਹੁ ਭਾਰ। ਮੁਕਤ ਹੋ ਜਾਵੇਂਗਾ ਜਿਹੜਾ ਬਹੁਤਾ ਵਿਕਾਰਾਂ ਦਾ ਭਾਰ ਪਿਆ ਹੋਇਆ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਇਹ ਸਾਰੇ ਭਾਰ ਉਤਰ ਜਾਣਗੇ। ਨਮਸਕਾਰ ਕਰ ਹਿਰਦੈ ਮਾਹੇ। ਉਸ ਪਰਮੇਸ਼ਰ ਨੂੰ ਹਿਰਦੇ ਦੁਆਰਾ ਨਮਸਕਾਰ ਕਰਨਾ ਕਰ। ਫਿਰ ਤੇਰਾ ਆਵਨ ਨਾਹੇ। ਫਿਰ ਤੇਰਾ ਵਾਰ-ਵਾਰ ਇਸ ਸੰਸਾਰ ਤੇ ਜੰਮਣ ਮਰਨ ਦਾ ਗੇੜਾ ਤੇਰਾ ਮੁੱਕ ਜਾਵੇਗਾ। ਵਾਰ-ਵਾਰ ਆਉਣਾ ਜਾਣਾ ਨਹੀਂ ਪਵੇਗਾ ਜੇ। ਜਿਹ ਸਿਮਰਨ ਕਰਹਿ ਤੂੰ ਕੇਲ। ਜਿਹਦੇ ਸਿਮਰਨ ਭਗਤੀ ਕਰਕੇ ਤੂੰ ਕੇਲ ਆਨੰਦ ਕਰ ਰਿਹਾ ਹੈ। ਦੀਪਕ ਬਾਂਧ ਧਰਿਓ ਬਿਨ ਤੇਲ। ਮਹਾਰਾਜ ਐਵੇਂ ਗੱਲਾਂ ਕਰੀ ਜਾਂਦੇ ਜੇ ਕੋਈ ਉਹਦੀ ਸ਼ਕਤੀ ਦੱਸੋ ਰੱਬ ਦੀ। ਇਸ ਤਰ੍ਹਾਂ ਤੇ ਬਾਤ ਨਹੀਂ ਨਾ ਬਣਦੀ। ਉਹਦੇ ਸਿਮਰਨ ਕਰੀਏ ਕਿਉਂ? ਤੇ ਮਹਾਰਾਜ ਕਹਿੰਦੇ ਸੱਜਣਾ ਦੂਰ ਦੀ ਗੱਲ ਨਹੀਂ, ਉਹ ਪਰਮੇਸ਼ਰ ਵਾਹਿਗੁਰੂ ਨੇ ਆ ਜਿਹੜੀ ਜੋਤੀ ਜਗਦੀ ਨਾ ਤੇਰੇ ਸਰੀਰ ਦੇ ਅੰਦਰ, ਇਹਦਾ ਤੇਲ ਪਾਇਆ ਹੀ ਭਾਊ ਕਦੀ? ਕੋਈ ਤੈਨੂੰ ਤੇਲ ਦਾ ਬਿੱਲ ਆਉਂਦਾ ਹੋਵੇ? ਆਪਾਂ ਕਹਿੰਦੇ ਸਾਇੰਸ ਨੇ ਤਰੱਕੀ ਬੜੀ ਕੀਤੀ, ਪਰ ਸਾਇੰਸ ਦੀ ਤਰੱਕੀ ਇਹ ਆ ਕਿ ਤੇਲ ਪਾਓਗੇ ਤੇ ਗੱਡੀ ਚੱਲਣੀ ਨਹੀਂ ਤੇ ਨਹੀਂ ਚੱਲਣੀ। ਤੇ ਕਈਆਂ ਕਹਿਣਾ ਵੀ ਗਿਆਨੀ ਮੂਰਖ ਜੇ, ਇਹਨੂੰ ਆਉਂਦਾ ਕੱਖ ਨਹੀਂ, ਇਹ ਜਵਾਕ ਨੂੰ ਪਤਾ ਨਹੀਂ ਕਿਹਦੀ ਸਿਫਾਰਿਸ਼ ਤੇ ਬਿਠਾ ਲਿਆ ਏ। ਹੁਣ ਤੇ ਬੱਤੀ ਵਾਲੀਆਂ ਗੱਡੀਆਂ ਆ ਗਈਆਂ ਇਲੈਕਟ੍ਰੋਨਿਕ, ਉਹਨਾਂ ਨੂੰ ਚਾਰਜ ਕਰੀਏ ਤੇ ਉਹ ਚੱਲੀ ਜਾਂਦੀਆਂ। ਪਰ ਸੱਜਣਾ ਚਾਰਜ ਤੇ ਕਰਨੀ ਪਈ ਨਾ, ਰੱਬ ਦੀ ਬਣਾਓ ਤੇ ਹੀ ਉਹਨੇ ਤੈਨੂੰ 1 ਰੁਪਈਏ ਦਾ ਤੇਲ ਨਹੀਂ ਲੈਣ ਦਿੱਤਾ। 1 ਰੁਪਈਏ ਦਾ ਤੇਲ ਕਦੀ ਬਿੱਲ ਆਇਆ ਵੀ ਸੱਜਣਾ ਤੇਰਾ ਇੰਨਾ ਮੀਟਰ ਬਲ ਗਿਆ, ਇੰਨੇ ਸਾਲ ਤੂੰ 90-92 ਵਰਿਆਂ ਦਾ ਹੋ ਗਿਆ, ਤੇਰੇ ਕੋਲੋਂ ਰੱਬ ਨੇ ਬਿੱਲ ਕੋਈ ਨਹੀਂ ਮੰਗਿਆ। ਉਹ ਬਿਨਾਂ ਤੇਲ ਤੋਂ ਇਹ ਜਿਹੜਾ ਦੀਵਾ ਜਲ ਰਿਹਾ ਇਹ ਉਹਦੀ ਸ਼ਕਤੀ ਹੈ। ਤਾਂ ਤੈਨੂੰ ਕਹਿੰਦੇ ਝੁੱਡੂਆ ਉਹਦਾ ਸਿਮਰਨ ਕਰ, ਚੇਤੇ ਕਰ। ਸੋ ਦੀਪਕ ਅਮਰਕ ਸੰਸਾਰ। ਕਹਿੰਦੇ ਉਹ ਜਿਹੜਾ ਦੀਪਕ ਜੋਤੀ ਹੈ ਨਾ ਉਹ ਸੰਸਾਰ ਤੋਂ ਤੈਨੂੰ ਅਮਰ ਕਰਨ ਵਾਲੀ ਏ। ਚੇਤੇ ਰੱਖ, ਜਿੰਨਾ ਚਿਰ ਇਹ ਜੋਤੀ ਜਗ ਰਹੀ ਹੈ, ਜਿੰਨਾ ਚਿਰ ਇਹ ਦੀਵਾ ਬਲਦਾ ਹੀ, ਉਹਨਾਂ ਚਿਰ ਪਰਮੇਸ਼ਰ ਨੂੰ ਚੇਤੇ ਕਰਿਆ ਕਰ। ਗੁਰੂ ਗੁਰੂ ਕਰ, ਤੂੰ ਅਮਰ ਹੋ ਜਾਵੇਂਗਾ ਸੰਸਾਰ ਦੇ ਉੱਤੇ। ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਕਹਿੰਦੇ ਕਾਮ ਕ੍ਰੋਧ ਨੂੰ ਅੱਗੋਂ ਇਹ ਜਿਹੜਾ ਜ਼ਹਿਰ ਹੈ ਇਹਨੂੰ ਮਾਰ ਕੇ ਕੱਢ ਲੈਣਾ ਕਰ। ਜਿਹ ਸਿਮਰਨ ਤੇਰੀ ਗਤ ਹੋਏ। ਜਿਹਦੇ ਸਿਮਰਨ ਕਰਕੇ ਤੇਰੀ ਗਤ ਮੁਕਤੀ ਹੋ ਜਾਵੇਗੀ। ਸੋ ਸਿਮਰਨ ਰੱਖ ਕੰਠ ਪਰੋਏ। ਕਹਿੰਦੇ ਉਸ ਸਿਮਰਨ ਨੂੰ ਆਪਣੇ ਗਲੇ ਦਾ ਗਹਿਣਾ ਬਣਾ ਕਰਕੇ ਆਪਣੇ ਕੰਠ ਵਿੱਚ ਪਾ ਕੇ ਰੱਖ। ਕੰਠ ਵਿੱਚ, ਕੰਠ ਨਾਮ ਹਿਰਦੇ ਦਾ ਵੀ ਹੈ, ਕੰਠ ਨਾਮ ਗਲੇ ਦਾ ਵੀ ਹੈ। ਸੋ ਆਪਣੇ ਬਜ਼ੁਰਗਾਂ ਦੀ ਇੱਕ ਤਕੀਆ ਕਲਾਮ ਹੁੰਦਾ ਸੀ, ਮਾਇਆ ਗੰਠ ਤੇ ਬਾਣੀ ਕੰਠ, ਜਿਹੜਾ ਸਾਨੂੰ ਭੁੱਲ ਗਿਆ ਹੈ। ਮਾਇਆ ਉਹ ਜਿਹੜੀ ਗੰਢ 'ਚ ਵੱਜੀ ਹੈ, ਜਿਹਦੀ ਖੀਸੇ 'ਚ ਪਈ ਹੈ।
ਜਿਹੜੀ ਕਿਤੇ ਹੋਰ ਥਾਂ ਪਈ ਕਿ ਮੇਰੇ ਭਾਈਏ ਕੋ ਬੜੀ ਮਾਇਆ, ਪਰਮੇਸ਼ਰ ਦੇ ਪਿਆਰੇ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ, ਉਹ ਪਈ ਰਹਿ ਜਾਣੀ। ਜਿਹੜੀ ਜੇਬ 'ਚ ਮਾਇਆ ਉਹ ਵਰਤ ਸਕਦਾ ਹੈ। ਬਾਣੀ ਉਹ ਜਿਹੜੀ ਤੇਰੀ ਕੰਠੋ ਯਾਦ ਹੈ, ਔਖੇ ਸੌਖੇ ਵੇਲੇ ਰੱਬ ਨੂੰ ਚੇਤੇ ਕਰੇ, ਉਹ ਸਿਮਰਨ ਨੂੰ ਕਹਿੰਦੇ ਕੰਠ 'ਚ ਪਰੋ ਕੇ ਰੱਖ। ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਕਹਿੰਦੇ ਉਹਨੂੰ ਕਰਿਆ ਕਰ ਉਤਾਰ ਕੇ ਰੱਖਣਾ ਦਵੀਂ। ਕਿ ਗੁੜਕਾ ਸਾਹਿਬ ਲਿਆ ਤੇ ਰਮਾਲੇ ਤੇ ਲਾਲੇ, ਪਰ ਪਿਆ ਪ੍ਰਛਤੀ ਤੇਰਿਆ ਬਾਤ ਬਣੇਗੀ ਨਹੀਂ। ਗੁਰਬਾਣੀ ਦਾ ਸਤਕਾਰ ਅਦਬ ਵੀ ਕਰ ਤੇ ਕਹਿੰਦੇ ਉਹਨੂੰ ਪੜ੍ਹ, ਉਹਨੂੰ ਪੜ੍ਹਨੇ ਕਰਕੇ ਮੁਕਤੀ ਹੋਵੇਗੀ। ਗੁਰ ਪ੍ਰਸਾਦੇ ਉਤਰਹਿ ਪਾਰ, ਗੁਰੂ ਕੀ ਕਿਰਪਾ ਸਦਕਾ ਪਾਰ ਉਤਾਰਾ ਹੋ ਜਾਵੇਗਾ। ਸੋ ਆਪ ਕਿਰਪਾ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਮਹਾਰਾਜ ਪਾਰ ਕਿਵੇਂ ਉਤਰਾਂਗਾ? ਕਹਿੰਦੇ ਗੁਰੂ ਕਿਰਪਾ ਕਰੇਗਾ ਤਾਂ ਕਰਕੇ। ਜੇ ਸਿਮਰਨ ਨਾਹੀ ਤੋਹਿ ਕਾਣ, ਜਿਹਦੇ ਸਿਮਰਨ ਕਰਕੇ ਤੈਨੂੰ ਕਿਸੇ ਦੀ ਕਾਣ ਮੁਥਾਜੀ ਨਹੀਂ ਕਰਨੀ ਪੈਂਦੀ। ਮੰਦਰ ਸੋਵਹਿ ਪਟੰਬਰ ਤਾਨ, ਕਹਿੰਦੇ ਪਰਮੇਸ਼ਰ ਦੀ ਕਿਰਪਾ ਸਦਕਾ ਆਪਣੇ ਘਰ ਮੰਦਰ ਦੇ ਅੰਦਰ ਤੂੰ ਸੁਖਾਂ ਦੇ ਸਹਿਤ ਸੌਣਾ ਹੈ। ਸੇਜ ਸੁਖਾਲੀ ਬਿਗਸੈ ਜੀਓ, ਕਹਿੰਦੇ ਹਿਰਦੇ ਘਰ ਦੇ ਅੰਦਰ ਜੋ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਸਿਮਰਨ ਕਰਨੇ ਤੇ, ਹਿਰਦੇ ਰੂਪੀ ਘਰ ਦੇ ਵਿੱਚ ਆਣ ਕਰਕੇ ਉਸਨੇ ਵਾਸਾ ਕਰ ਲਿਆ ਹੈ, ਆਨੰਦ ਹੋ ਗਿਆ ਹੈ ਕੌਲ। ਸੋ ਜਿਹੜੀਆਂ ਵਿਰਾਗ ਵਿਵੇਕ ਰੂਪੀ ਪੰਖੜੀਆਂ ਖੇੜਾਈਆਂ ਹਨ, ਸੋ ਸਿਮਰਨ ਤੂੰ ਅਨ ਦਿਨ ਪੀਓ। ਉਹ ਜਿਹੜਾ ਸਿਮਰਨ ਹੈ ਤੂੰ ਦਿਨ ਪਰ ਰਾਤ ਪ੍ਰੇਮਾ ਭਗਤੀ ਚ ਪਾ ਕਰਕੇ ਪੀਣਾ ਕਰ। ਜਿਹ ਸਿਮਰਨ ਤੇਰੀ ਜਾਏ ਬਲਾਏ, ਜਿਹਦੇ ਸਿਮਰਨ ਕਰਕੇ ਤੇਰੀ ਬਲਾਏ, ਇਹ ਜਿਹੜੀ ਮਾਇਆ ਦੀ ਪਕੜ ਹੈ ਇਹ ਛੁੱਟ ਜਾਵੇਗੀ, ਜਿਹੜੀ ਅਵਿਦਿਆ ਚਲੀ ਜਾਵੇਗੀ। ਜਿਹ ਸਿਮਰਨ ਤੁਝ ਪੋਹਾ ਨਾ ਮਾਏ, ਜਿਹਦੇ ਸਿਮਰਨ ਕਰਕੇ ਤੈਨੂੰ ਮਾਇਆ ਜਿਹੜੀ ਇਹ ਮੇਖਲੀ ਪੋਹ ਨਹੀਂ ਸਕਦੇ। ਸਿਮਰ ਸਿਮਰ ਹਰ ਹਰ ਮਨ ਗਾਈਆ, ਇਸ ਕਰਕੇ ਕਹਿੰਦੇ ਭਾਈ ਉਹਨੂੰ ਚੇਤੇ ਕਰਦਾ ਰਹਿ, ਮਨ ਕਰਕੇ ਗਾਉਣਾ ਕਰ, ਜ਼ਬਾਨ ਕਰਕੇ ਗਾਉਣਾ ਕਰ। ਇਹੋ ਸਿਮਰਨ ਸਤਿਗੁਰ ਤੇ ਪਾਈਆ। ਮਹਾਰਾਜ ਇਹ ਸਿਮਰਨ ਮਿਲਦਾ ਕਿੱਥੋਂ? ਜਿਹਦੇ ਇੰਨੇ ਫਾਇਦੇ ਨੇ ਕਹਿੰਦੇ ਗੁਰਾਂ ਤੋਂ ਮਿਲਦਾ, ਪੂਰੇ ਗੁਰਾਂ ਤੋਂ। ਐਵੇਂ ਦੰਬੀਆਂ ਪਖੰਡੀਆਂ ਕੋਲੋਂ ਕੰਨਾਂ 'ਚ ਫੂਕਾਂ ਨਾ ਮਰਾਉਂਦਾ ਫਿਰੀ ਕਿ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਇਥੋਂ ਨਹੀਂ, ਇਹ ਪੰਜਾਂ ਪਿਆਰਿਆਂ ਦੇ ਪਾਸੋਂ ਆਣ ਕਰਕੇ ਸਿਮਰਨ ਦੀ ਦਾਤ ਪ੍ਰਾਪਤ ਹੋਵੇਗੀ। ਸਦਾ ਸਦਾ ਸਿਮਰ ਦਿਨ ਰਾਤ, ਫਿਰ ਉਹਨੂੰ ਸਦਾ ਸਦਾ ਦਿਨ ਪਰ ਰਾਤ ਸਿਮਰਿਆ ਕਰ। ਉਠਤ ਬੈਠਤ ਸਾਸ ਗਿਰਾਸ, ਕਹਿੰਦੇ ਉੱਠਦਿਆਂ ਬਹਿੰਦਿਆਂ ਆਉਂਦੇ ਜਾਂਦੇ ਸਾਹਾਂ ਦੇ ਨਾਲ। ਜਾਗ ਸੋਏ ਸਿਮਰਨ ਰਸ ਭੋਗ, ਜਾਗਦਿਆਂ ਸੌਂਦਿਆਂ ਸਿਮਰਨ ਦੇ ਆਨੰਦ ਨੂੰ ਪ੍ਰਾਪਤ ਕਰ। ਹਰ ਸਿਮਰਨ ਪਾਈਆ ਸੰਜੋਗ। ਮਹਾਰਾਜ ਇਹ ਪ੍ਰੇਮਾ ਭਗਤੀ ਦਾ ਆਨੰਦ ਕਿੱਥੋਂ ਮਿਲਦਾ? ਕਹਿੰਦੇ ਜਦੋਂ ਸੰਜੋਗ ਸੰਗਤ ਸਾਧ ਸੰਗਤ ਦਾ ਸੰਜੋਗ ਮਿਲ ਜਾਵੇ ਉਦੋਂ ਇਹ ਪ੍ਰੇਮਾ ਭਗਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿਹ ਸਿਮਰਨ ਨਾਹੀ ਤੁਝ ਭਾਰ, ਜਿਹਦੇ ਸਿਮਰਨ ਕਰਕੇ ਤੇਰੇ ਸਿਰ ਤੇ ਭਾਰ ਕੋਈ ਨਹੀਂ ਰਹਿਣਾ। ਵਿਕਾਰਾਂ ਦੇ ਭਾਰ ਲੱਥ ਗਏ, ਪਾਪਾਂ ਦੇ ਭਾਰ ਉਤਰ ਗਏ। ਸੋ ਸਿਮਰਨ RAM ਨਾਮ ਆਧਾਰ। ਕਹਿੰਦੇ ਉਹ ਜਿਹੜਾ ਸਿਮਰਨ ਹੈ ਨਾ, ਪਰਮੇਸ਼ਰ ਨੂੰ ਚੇਤੇ ਕਰਨਾ, ਜਿੱਥੇ RAM ਨਾਮ ਦਾ ਆਸਰਾ। ਇਹ ਨਹੀਂ ਧੀਆਂ ਪੁੱਤਰਾਂ ਨੂੰ ਚੇਤੇ ਕਰਦਾ ਕਹੀ ਜਾਵੇਂ ਮੈਂ ਰੱਬ ਚੇਤੇ ਕਰ ਲਿਆ, ਨਹੀਂ। ਜਿਹੜਾ ਸਿਮਰਨ ਪਰਮੇਸ਼ਰ ਵਾਹਿਗੁਰੂ ਦੇ RAM ਨਾਮ ਦੇ ਆਸਰੇ ਤੋਂ ਬਿਨਾ ਦੂਸਰਾ ਕੋਈ ਆਸਰਾ ਵਿਖਾਲਦਾ ਹੀ ਨਾ ਹੋਵੇ। ਕਹੈ ਕਬੀਰ ਜਾ ਕਾ ਨਹੀਂ ਅੰਤ। ਭਗਤ ਕਬੀਰ ਜੀ ਰਾਮਕਲੀ ਰਾਗ ਦੇ ਅੰਦਰ ਕਹਿੰਦੇ ਗੁਰੂ ਕਾ ਸਿੱਖਾ ਜਿਸ ਪਰਮੇਸ਼ਰ ਵਾਹਿਗੁਰੂ ਦਾ ਅੰਤ ਨਹੀਂ। ਮਹਾਰਾਜ ਮੈਂ ਕਿੰਨੇ ਕੁ ਘੰਟੇ ਸਿਮਰਨ ਕਰਾਂ ਰੱਬ ਪਾ ਲਵਾਂਗਾ। ਕਹਿਣ ਲੱਗੇ ਸੱਜਣਾ ਉਹਦਾ ਅੰਤ ਨਹੀਂ। ਸ਼ੇਸ਼ ਨਾਗ ਵਰਗੇ ਹਜ਼ਾਰਾਂ ਜ਼ਬਾਨਾਂ ਨਾਲ ਉਹਨੂੰ ਜਪਦੇ ਜਪਦੇ ਉਹਦਾ ਅੰਤ ਨਹੀਂ ਪਾ ਸਕੇ। ਜਿਸ ਕੇ ਆਗੇ ਤੰਤ ਨਾ ਮੰਤ। ਤੇ ਮਹਾਰਾਜ ਕੋਈ ਤੰਤਰ ਮੰਤਰ ਕਰ ਲਵਾਂ, ਤੰਤਰ ਮੰਤਰ ਮੈਂ ਕਿਸੇ ਬਾਬੇ ਤੋਂ ਕੋਈ ਤਵੀਤ ਕਢਾ ਕੇ ਲੈ ਆਵਾਂ, ਭਗਤ ਕਬੀਰ ਜੀ ਗੱਲ ਬਣ ਜਾਵੇਗੀ। ਕਹਿਣ ਲੱਗੇ ਸੱਜਣਾ ਪਰਮੇਸ਼ਰ ਦੀ ਬੰਦਗੀ ਅੱਗੇ ਕੋਈ ਤੰਤਰ ਮੰਤਰ ਚੱਲਦਾ ਨਹੀਂ। ਜਿਹੜਾ ਵਹਿਮ ਪਿਆ ਨਾ ਸਾਨੂੰ, ਬਾਬਾ ਜੀ ਅਸੀਂ ਤੇ ਬਾਣੀ ਪੜ੍ਹਦੇ ਭਾਈ ਜੀ, ਸਾਡੇ ਗਵਾਂਢੀ ਬੜੇ ਉਤਰੇ ਜੀ, ਉਹ ਤੰਤਰ ਮੰਤਰ ਬੜਾ ਕਰਦੇ, ਅਸੀਂ ਤਾਂ ਸਮਾਧ ਤੇ ਜਾਣਾ ਪੈ ਗਿਆ। ਸੱਜਣਾ ਗੁਰੂ ਸਾਹਿਬ ਜੀ ਤੇ ਹੋਵੇ ਨਿਸ਼ਚਾ, ਕਲਗੀਧਰ ਪਿਤਾ ਸਤਿਗੁਰੂ ਸਾਹਿਬ ਕਰਨ ਕਿਰਪਾ, ਤੇਰੇ ਗਲ ਕਿਰਪਾਨ ਹੋਵੇ, ਹੱਥ 'ਚ ਕੜਾ ਹੋਵੇ, ਕੇਸ ਸਭ ਸੂਰਤ ਹੋਵੇ, ਤੂੰ ਪੰਜਾਂ ਕਕਾਰਾਂ ਦੀ ਰਹਿਤ ਦਾ ਧਾਰਨੀ ਹੋਵੇਂ ਤੇ ਜਾ
ਜਿੰਨੇ ਮਰਜੀ ਵੱਡੇ ਤੰਤਰਾਂ ਮੰਤਰਾਂ ਵਾਲੇ ਤੁਰੇ ਫਿਰਦੇ ਉਹਨਾਂ ਨੂੰ ਜਾ ਕੇ ਕਹਿ ਦੇ ਮੇਰਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮੇਰੇ ਰਾਖੇ ਨੇ, ਭਾਵੇਂ ਰੋਜ਼ ਜਾ ਕੇ ਸਮਾਧਾਂ ਤੇ ਜੁੱਤੀਆਂ ਮਾਰਦਾ ਫਿਰ ਤੈਨੂੰ ਤੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ। ਕਿਉਂ? ਤਿਸ ਕਹਿ ਆਗੇ ਤੰਤ ਨਾ ਮੰਤ ਕੋਈ ਤੰਤਰ ਤੇ ਮੰਤਰ। ਮੇਰੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਪਿਆਰ ਅੱਗੇ ਟਿਕਦੇ ਹੀ ਨਹੀਂ। ਜਿਨੇ ਪ੍ਰੇਮਾ ਭਗਤੀ ਕਰ ਲਈ ਇਹ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੁਆਰਾ ਤੇ ਲੜੀਵਾਰ ਕਥਾ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਨੀ ਜੀ, ਅਗਾਹ ਤੋਂ ਸਮਤ ਬਖਸ਼ਣੀ। ਜਿਹ ਸਿਮਰਨ ਨਾਹੀ ਤੁਝ ਭਾਰ, ਸੋ ਸਿਮਰਨ RAM ਨਾਮ ਆਧਾਰ। ਕਹਿ ਕਬੀਰ ਜਾ ਕਾ ਨਹੀਂ ਅੰਤ, ਤਿਸ ਕੇ ਆਗੇ ਤੰਤ ਨਾ ਮੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।